यार काइंडली यार ये नीचे एक बंदा है मेरे भाई, ये नासबी, ठीक है, इसने यानी कि ये आईडी का नाम रखा हुआ है, ठीक है, मैं बयान नहीं करता, काइंडली इसको यार आप रिमूव कर दें या इसके कमेंट जो हैं भाई ब्लॉक कर दें मेहरबानी। नाम बता दें, मैं उस नाम से कर देता हूँ। मेरे भाई आयशा के नाम से वो मैंने लिखा हुआ, कर आप दिया है, काइंडली देख वो लें। मैंने कर दिया हुआ है, वो मैंने पहले से कर दिया हुआ कमेंट्स भी म्यूट कर दें, काइंडली कमेंट्स भी म्यूट कर दें, कमेंट शो हो रहे हैं। मुझे तो नहीं शो हो रहा, उस्मान भाई कोई एक साथी ऐसा ढूंढें। कल हमने इस डिबेट को यूट्यूब पे भी लाइव ही चलाना है, मैं अपने स्ट्रीम यार्ड का एक्सेस उसको दे दूंगा, तो वहां बैठ के उसने इसको यूट्यूब पे भी लाइव जो है वो इसको इस डिस्कशन को चलाना है। मैं कर लूँगा, मैं कर लूँगा ज़िया भाई, कल मैं फ्री हूँ तो कल हो मैं कर लूँगा। ठीक हो गया जी। आप भी जो है ना भाई एक बंदा कर लें। हसन भाई तो मेरे से शायद कल ना हो, मुश्किल है, पर मेरे साथ एक और भाई लाजमी होंगे। की हो रहा है, किदी डिबेट किदे नाल हो रही है ते आ? उस्ताद मोहतरम की हाल चाल? शुक्र है अल्लाह दा। सर जी सैफी नाल होनी है जी कल। आजम सैफी नाल? हाँ जी। किस मौजू ते? 5 मौजू आ जी, एक ਤੇ ਕੱਲ ਹੋਏਗੀ ਤੇ ਇੱਕ ਤੋਂ ਉਸ ਤੋਂ ਬਾਅਦ ਫਿਰ ਦੂਜਿਆਂ ਤੇ ਹੋਏਗੀ। ਪਹਿਲਾ ਮੌਜੂ ਹੈਗਾ ਜੀ ਖਤਮੇ ਨਬੂਵਤ ਇਜਰਾ ਨਬੂਵਤ, ਦੂਸਰਾ ਮੌਜੂ ਹੈਗਾ ਮਿਰਜ਼ਾ ਸਾਹਿਬ ਦਾ ਦਾਵਾ ਨਬੂਵਤ, ਤੀਸਰਾ ਮੌਜੂ ਹੈਗਾ ਮਿਰਜ਼ਾ ਸਾਹਿਬ ਦਾ ਆਖਰੀ ਨਬੀ ਹੋਣ ਦਾ ਦਾਵਾ, ਚੌਥਾ ਮੌਜੂ ਹੈਗਾ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀਆਂ ਗੁਸਤਾਖੀਆਂ, ਪੰਜਵਾਂ ਮੌਜੂ ਹੈਗਾ ਮਿਰਜ਼ੇ ਦੇ ਝੂਠ। ਵੰਡਰਫੁਲ। ਤੇ ਤੁਹਾਡਾ ਕੀ ਇਰਾਦਾ ਹੈ, ਇਹਦੀ ਤਰਤੀਬ ਉਲਟ ਨਾ ਕਰ ਲਈਏ? ਨਹੀਂ ਸਰ ਜੀ, ਉਹ ਖਿਚੜੀ ਪੱਕਣੀ ਸੀ, नस जाएंगे ਉਹ ਸਾਰਾ ਇਸ ਨਹੀਂ ਉਹ ਤੇ ਨਸ ਤੇ ਉਹਨਾਂ ਨੇ ਪਹਿਲੇ ਮੌਜੂ ਤੋਂ ਵੀ ਜਾਣਾ ਹੀ ਹੈ, ਉਹ ਤੇ ਮੈਨੂੰ ਵੀ ਪਤਾ ਹੈ। ਤੇ ਜੇ ਪਿਛੇ ਪੰਜਵਾਂ ਮੌਜੂ ਪਹਿਲੇ ਲੈ ਆਇਆ ਜਾਏ, ਚੌਥਾ ਮੌਜੂ ਦੂਜੇ ਨੰਬਰ ਤੇ, ਇੰਜ ਕਰਕੇ ਨਹੀਂ ਹੋ ਸਕਦਾ ਕੋਈ? ਲੈ ਆਓ ਸਰ ਜੀ ਆਂਦਾ ਤੇ ਮੰਨਣਗੇ ਨਾ ਮੁਫਤੀ ਮੁਬਸ਼ਰ ਸਾਹਿਬ, ਉਹ ਨਹੀਂ ਮੰਨਣਗੇ, ਉਹ ਭੱਜਣਗੇ। ठीक है, मैं जिस टाइम ਵਿੱਚ ਆ ਕੇ ਬੋਲੇ ਆ ਨਾ, ਠੀਕ है, उन्होंने ਉੱਥੇ कहना नहीं 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 इस पे कल बात होगी, इस पे कल बात होगी। उन्होंने इस पहले तो ਗੱਲ ਹੈ ਵੇ ਕਿ ਤੁਹਾਡੀ ਤੇ ਬੜੀ ਮੰਨਦੇ ਨੇ ਕਾਦੀਆਨੀ, ਤੇ ਤੁਹਾਡੀ ਤੁਸੀਂ ਜਦੋਂ ਵਿੱਚ ਬੋਲਦੇ ਹੋ ਨਾ ਤੇ ਵਾਕਈ ਉਹ ਤੁਹਾਡੀ ਤੇ ਬੜੀ ਮੰਨਦੇ ਨੇ ਇਹ ਮੁਸਲਮ ਇਲਮੀ ਕਿਤਾਬੀਆਂ ਦੀ। ਤੁਹਾਡੀ ਤੇ ਕੀ ਆਈ ਬਾਤ ਹੈ ਨਾ, कादियानियों को यहूदो नसारा से बदतर तो ना कहो ना। ਤੁਹਾਡੀ ਤੇ ਬੜੀ ਮੰਨ ਭਾਈ, ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ। ਮੇਰੀ ਨਜ਼ਰ ਦੇ ਵਿੱਚ, ਮੇਰੀ ਆਪਣੀ ਨਜ਼ਰ ਦੇ ਵਿੱਚ ਮੇਰੇ ਭਾਈ ਉਹ ਜਿਹੜਾ ਹੈ ਨੇ ਮੁਰਤਦ ਨੇ, ਕਾਫਰ ਨੇ, ਇਸਲਾਮ ਤੋਂ ਖਾਰਿਜ। ਤੁਹਾਡੀ ਨਜ਼ਰ ਕਿ ਆਈ ਬਾਤ ਹੈ ਨਾ ਜੀ, ਤੁਹਾਡੀ ਨਜ਼ਰ ਤੇ ਮੈਂ ਨਾ ਮੰਨਾ ਪਿਆ ਕਾਦੀਆਨੀਆਂ ਨੇ ਤੇ ਤਰਜਮੇ ਕੁਰਾਨ ਵੀ ਠੀਕ ਕੀਤੇ ਤੇ ਮੌਲਵੀਆਂ ਨੇ ਤੇ ਕੀਤੇ ਗਲਤ ਜੀ। ਤੁਹਾਡੀ ਨਜ਼ਰ ਦੀ ਕੀ ਬਾਤ ਹੈ? ਜਦੋਂ ਫੜੇ ਜਾਓ ਤੇ ਅਸਲ ਦੇ ਵਿੱਚ ਉਹ ਚਰਸੀ ਜਿਹੜੇ ਹੁੰਦੇ ਨੇ ਨਾ, ਉਹਨਾਂ ਨੇ ਗਲਮਾ ਖੁੱਲਾ ਛੱਡਿਆ ਹੁੰਦਾ ਹੈ। ਜਦੋਂ ਪੁਲਿਸ ਵਾਲੇ ਉਹਨਾਂ ਦੇ ਗਿਰੇਬਾਨ ਤੇ ਹੱਥ ਪਾਉਂਦੇ ਨੇ ਨਾ, ਤੇ ਉਹਨਾਂ ਨੇ ਗਲਾ ਖੁੱਲਾ ਐਸੇ ਵਾਸਤੇ ਛੱਡਿਆ ਹੁੰਦਾ ਹੈ, ਵਿੱਚੋਂ ਗਿੱਚੀ ਕੱਢ ਕੇ ਨਾ ਤੇ ਕਮੀਜ਼ ਉਹ ਪੁਲਿਸ ਵਾਲੇ ਦੇ ਹੱਥ 'ਚ ਹੀ ਰਹਿੰਦੀ ਹੈ ਤੇ ਵਿੱਚੋਂ ਨੱਸ ਜਾਣਗੇ। ਤੇ ਉਹ ਕੰਮ ਤੁਹਾਡਾ ਵੇ। ਹਾਂਜੀ, ਮੇਰਾ ਆਪਣਾ ਜਿਹੜਾ ਵੇ ਨਾ ਅਕੀਦਾ, ਤੇ ਮੈਂ ਤੇ ਲਾਨਤ ਪਾਨਾ ਤੇ ਮੈਂ ਤੇ ਇੰਜ ਕਰਨਾ ਤੇ ਮੈਂ ਉਹ ਕਰਨਾ, ਤੇ ਬਹਿੰਦੇ ਹੋ ਤੁਸੀਂ ਮੈਂ ਨਵਾਂ ਮਿਰਜ਼ਾ ਜੂਨੀਅਰ ਜੇਲਮੀ ਦੇ ਨਾਲ, ਤੇ ਉਂਝ ਅਲੀ ਭਾਈ ਤੇ ਅਲੀ ਭਾਈ ਤੇ ਉਂਝ ਬਰਾਡਾਂ ਵੱਡੀਆਂ ਵੱਡੀਆਂ ਤੇ ਹੈ ਨੇ। ਅਸੀਂ ਤੇ ਮੰਨਦੇ ਆ ਨਾ। मैं इन्होंने ना सादे मोहतरम उनकी बराड पे जाकर सैफी के सामने ये खातमुन नबीयीन का तर्जमा किया है कि वो नबियों की मोहर है। यहाँ पे अंदाजा लगा। ਉਹ ਕਾਦੀਆਨੀ ਵੀ ਤਰਜਮਾ ਉਹੀ ਕਰਦੇ ਨੇ ਤੇ ਤੁਸੀਂ ਤੁਹਾਡੇ 'ਚ ਤੇ ਉਹਨਾਂ 'ਚ ਫਰਕ ਕੀ ਰਿਹਾ? ਚਲੋ ਫਿਰ ਤੁਸੀਂ ਦੱਸ ਦਿਓ ਫਿਰ ਖਾਤਮੁਨ ਨਬੀਨ ਦੀ ਮੋਹਰ ਕੀ ਹੈ। ਨਹੀਂ, ਤੁਸੀਂ ਇਹ ਜਿਹੜਾ ਮੋਹਰ ਦਾ ਤਰਜਮਾ ਕੀਤਾ ਵੇ, ਨਬੀਆਂ ਦੀ ਮੋਹਰ ਕਿੱਥੋਂ ਕੀਤਾ ਜੇ? ਠੀਕ ਹੈ, ਚਲੋ ਜੀ ਮੈਂ ਤੁਹਾਨੂੰ ਬਾਅਦ ਜਿਹਲੇ ਵਿਖਾ ਦੇਣਾ ਮੈਂ ਕਿੱਥੋਂ ਕੀਤਾ ਜੇ। ਚਲੋ ਜੀ, ਚਲੋ ਜੀ, ਡਿਬੇਟ ਸ਼ੁਰੂ ਹੋ ਗਈ ਹੈ ਜੀ, ਪਾਰਟੀ ਸ਼ੁਰੂ ਹੋ ਗਈ ਹੈ ਜਨਾਬ। ਉਹ ਮੇਰੇ ਭਾਈ, ਮੇਰੀ ਤੁਹਾਡੇ ਨਾਲ ਡਿਬੇਟ ਨਹੀਂ ਹੈ ਨਾ, ਮੈਂ ਤੁਹਾਡੇ ਨਾਲ ਡਿਬੇਟ ਕਰਨਾ ਚਾਹ ਰਿਹਾ। ਚਲੋ ਜੀ, ਉਹ ਵਿਖਾਓ ਨਾ। ਚਲੋ ਕਰਨੀ ਹੈ, ਹਾਂ ਜੇ ਅਗਰ ਤੁਸੀਂ ਡਿਬੇਟ ਕਰਨੀ ਹੈ ਫਿਰ ਮੇਰੇ ਭਾਜੀ ਫਿਰ ਖੁੱਲ ਕੇ ਇੱਕ ਦਫਾ ਕਰ ਲਾਂਗੇ, ਤੁਸੀਂ ਵੀ ਇੱਕ ਦਿਨ ਰੱਖ ਲਓ, ਫਿਰ ਤੁਹਾਡੇ ਨਾਲ ਡਿਬੇਟ ਕਰ ਲੈਣੇ। ਚਲੋ ਚਲੋ ਚਲੋ, ਪਹਿਲੇ ਵਿਖਾਓ ਨਾ ਨਬੀਆਂ ਦੀ ਮੋਹਰ, ਤੇ ਅੱਗੋਂ ਅਗਲਾ ਕੰਮ ਬਾਅਦ ਚ ਕਰਨਾ। हेलो जी,
ਇਹ ਲਿਖਿਆ ਜੇ ਤੇ ਪੜ੍ਹ ਲਓ ਕੀ ਲਿਖਿਆ ਜੇ। ਕੀ ਲਿਖਿਆ ਜੀ? यार ਪੜਾਓ ਨਾ ਉੱਚਾ ਜ਼ਰਾ, ਸਾਨੂੰ ਵੀ ਪੜ੍ਹ ਕੇ ਸੁਣਾਓ। ਅੱਛਾ ਜੀ, ਉੱਚਾ ਪੜ੍ਹ ਕੇ ਜ਼ਰਾ ਸੁਣਾਓ। ਮੇਰੇ ਭਾਈ ਜੀ ਮੈਂ ਆਫਿਸ 'ਚ ਬੈਠਾ, ਮੈਂ ਬਹੁਤੀ ਉੱਚੀ ਬੋਲ ਨਹੀਂ ਸਕਦਾ। ਜਿਹਦੇ ਅਗਰ ਤੁਹਾਨੂੰ ਨਹੀਂ ਸਮਝ ਆਉਂਦੀ ਤੇ ਫਿਰ ਤੁਸੀਂ ਮੇਰੇ ਨਾਲ ਬਾਅਦ ਸੁਬਾਹ ਦਾ ਟਾਈਮ ਰੱਖ ਲਓ, ਕੱਲ ਫਿਰ ਤੁਹਾਡੇ ਨਾਲ ਵੀ ਇਸ ਗੱਲ ਦੇ ਉੱਤੇ ਗੱਲ ਕਰ ਲੈਂਦੇ। ਅੱਛਾ ਚਲੋ ਇਹ ਜਿਹੜਾ ਹਵਾਲਾ ਖੋਲਿਆ ਜਾਏ ਤੇ ਸੁਣਾਓ ਨਾ, ਬਕਾਇਆ ਹਵਾਲੇ ਬਾਅਦ ਚੋਂ ਕੱਲ ਵੇਖ ਲਾਂਗੇ। ما كان محمد أبا أحد من رجالكم ولكن رسول الله وخاتم النبيين وكان الله بكل شيء عليم۔ محمد صلی اللہ علیہ وسلم تمہارے مردوں میں سے کسی کے والد نہیں ہیں۔ ਅੱਛਾ ਕਿੰਨਾ ਨੇ ਕੀਤਾ ਜੀ ਤਰਜਮਾ? ਮੇਰੇ ਭਾਈ ਜਿਨ੍ਹਾਂ ਨੇ ਵੀ ਕੀਤਾ ਹੈ ਠੀਕ ਹੈ ਨਾ, ਦੱਸੋਗੇ ਤੇ ਫੇਰ ਹੈ ਨਾ ਜੀ। ਕਿਸੇ ਭਾਈ ਨੇ ਤਰਜਮਾ ਕਿਹੜੇ ਬਾਬੇ ਨੇ ਕੀਤਾ ਹੈ ਤਰਜਮਾ? ਤੁਸੀਂ ਦੱਸ ਦਿਓ ਨਾ ਕਿਹੜੇ ਬਾਬੇ ਦਾ ਤਰਜਮਾ ਹੈ ਜਾਂ ਤੁਹਾਡੇ ਬਾਬੇ ਤੇ ਉਹ ਤੁਸੀਂ ਦੱਸੋਗੇ ਤੇ ਫਿਰ ਅਗਲੀ ਗੱਲ ਮੈਂ ਕਰਾਂਗਾ ਨਾ। ਬਾਬੇ ਤੇ ਤੁਹਾਡੇ ਨਜ਼ਦੀਕ ਬਾਬਿਆਂ ਦਾ ਤੇ ਖੁਦਾ ਹੀ ਕੋਈ ਹੋਰ ਹੈ, ਤੇ ਕਿਸੇ ਹੋਰ ਦਾ ਤਰਜਮਾ ਤੁਸੀਂ ਕਰਨ ਦੀ ਅਹਲੀਅਤ ਨਹੀਂ, ਤੁਹਾਨੂੰ ਮਜਾਜ਼ ਨਹੀਂ ਕਿ ਤੁਸੀਂ ਹੋਰ ਕਿਸੇ ਦਾ ਵੀ ਤਰਜਮਾ ਕਰੋ। ਤਰਜਮਾ ਕਰਨਾ ਤੁਸੀਂ ਆਪੇ ਹੀ ਤੇ ਸਾਬਤ ਕਰਨਾ ਜੇ ਉਹਨੂੰ, ਕਿਉਂਕਿ ਤੁਹਾਡੇ ਨਜ਼ਦੀਕ ਦੇ ਬਾਬੇ ਤੇ ਸਭ ਤੇ ਉਹਨਾਂ ਦਾ ਤਾਂ ਖੁਦਾ ਹੀ ਕੋਈ ਹੋਰ ਹੈ। ਉਹ ਬਾਬੇ ਤੇ ਸਾਰੇ ਹੋ ਗਏ ਮੁਸ਼ਰਕ, ਤੇ ਇੱਕ ਸਿਰਫ ਮੁਸਲਮਾਨ ਬਚੇ ਹੋ ਤੁਸੀਂ ਵਿੱਚੋਂ। ਹਾਂਜੀ, ਜਾਂ ਕਾਦੀਆਨੀ ਮੁਸਲਮਾਨ ਬਚੇ ਨੇ ਜਾਂ ਮਰਦਈ ਬਚੇ ਨੇ। ਕਾਦੀਆਨੀ ਤਾਂ ਮੁਸਲਮਾਨ ਹੈ ਨਹੀਂ। ਤੁਸੀਂ ਹਾਂਜੀ, ਉਹਨਾਂ ਨੂੰ ਮੁਸਲਮਾਨ ਜਾਂ ਉਹਨਾਂ ਦੇ ਛੋਟੇ ਭਰਾ ਜਿਹੜੇ ਤੁਸੀਂ ਹੋ, ਮੰਨਦੇ ਹੋ, ਜਿਹੜੇ ਤੁਸੀਂ ਛੋਟੇ ਭਰਾ ਹੋ ਮੰਨਦੇ ਹੋ? ਨਹੀਂ ਅੱਛਾ, ਇਹ ਮੋਹਰ ਵਾਲਾ ਤਰਜਮਾ ਕਰੋ, ਛੱਡੋ ਇੱਧਰ ਉੱਧਰ ਨਾ ਜਾਓ। ਤੁਸੀਂ ਉਹਨਾਂ ਦੇ ਇਹ ਮੋਹਰ ਵਾਲਾ ਤਰਜਮਾ ਕਿਹੜਾ ਪੜ੍ਹ ਕੇ ਸੁਣਾਇਆ ਜੇ ਸਾਨੂੰ? ਚਲੋ ਜੀ ਤੁਸੀਂ ਦੱਸ ਦਿਓ ਕੀ ਹੈ, ਤੁਸੀਂ ਦੱਸ ਦਿਓ ਨਾ ਕੀ ਹੈ ਜੀ। ਉਹ ਦੱਸੋ ਤੇ ਸਹੀ ਯਾਰ, ਹਵਾਲਾ ਤੁਸਾਂ ਦਿੱਤਾ, ਕਮ ਅਜ਼ ਕਮ ਪੈਰਾਂ ਦੇ ਭਾਰ ਤੇ ਪਾਓ ਯਾਰ। ਕਹਿੰਦੇ ਮੁਸਲਮ ਇਲਮੀ ਕਿਤਾਬੀ ਹੋ। ਚਲੋ ਤੁਸੀਂ ਦੱਸ ਦਿਓ। ਮੁਸਲਮ ਇਲਮੀ ਕਿਤਾਬੀ ਇੰਜ ਦੇ ਹੁੰਦੇ ਨੇ, ਗੱਪਾਂ ਮਾਰ ਮੋੜ ਕੇ ਸਾਈਡ ਤੇ ਨਿਕਲ ਜਾਓ ਜੀ। ਮੇਰੇ ਭਾਈ ਠੀਕ ਹੈ, ਮੈਂ ਆਫਿਸ ਦੇ ਵਿੱਚ ਬੈਠਾ ਆ। ਜੇ ਤੁਸੀਂ ਆਫਿਸ 'ਚ ਬਹਿ ਕੇ ਹਵਾਲਾ ਨਹੀਂ ਦਿੱਤਾ ਜਾਂਦਾ, ਅਜੇ ਹੁਣ ਖੋਲ ਕੇ ਤੇ ਭਾਇਆ ਜੇ। ਕਮ ਅਜ਼ ਕਮ ਦੱਸੋ ਤੇ ਸਹੀ ਨਾ। ਜੀ ਮੈਂ ਤੁਹਾਨੂੰ ਹਵਾਲਾ ਵੀ ਕੱਢ ਦੇਣਾ ਜੀ। जी जी उस्ताद मोहतरम, मुझे कॉल आ गई थी, मैं अभी आया तो खामोशी है। जी जी कोई नहीं अजे वो हवाला लैनगे जे। हवाला भाई यार लैन दे मुस्लिम इलमी किताबी साहब ने। ਤਰਜਮਾ ਕਾਦੀਆਨੀਆਂ ਵਾਲਾ ਤੇ ਹਵਾਲਾ ਮੁਸਲਮਾਨਾਂ ਦੀ ਕਿਤਾਬਾਂ ਦੇ ਵਿੱਚ ਲੱਭਣ ਲੱਗ ਗਏ ਨੇ। ਉਹਨੇ ਉਹ ਇੱਕ ਮਿੰਟ ਹੁਣੇ ਆਸਫ ਸਭ ਕੁਝ ਸੈੱਟ ਹੋ ਸਿੱਧ ਪੱਧਰਾ ਹੋ ਜਾਂਦਾ ਹੁਣੇ। ਥੋੜਾ ਜਿਹਾ ਮਾਈਕ ਮਿਊਟ ਕਰੋ, ਵੇਖੋ ਕੀ ਬਣਦਾ। ਮੈਂ ਇਹਨਾਂ ਜੀ ਉਸਤਾਦ ਮੁਹਤਰਮ, ਮੈਂ ਇਹਨਾਂ ਦੀ ਗੱਲ ਸੁਣ ਰਿਹਾ ਸਾਂ, ਚੈਲੰਜ ਜਿਹੜਾ ਕਰ ਰਹੇ ਸਨ ਨਾ, ਮੈਂ ਕਿਹਾ ਸੀ ਉਹ ਹਾਂਜੀ ਭਾਈ ਜੀ ਕਿੰਨਾ ਕੁ ਵੇਟ ਕਰਨਾ ਪਏਗਾ ਸਾਨੂੰ? ਅਜੇ ਹੁਣ ਹਵਾਲਾ ਖੋਲਿਆ, ਤੁਸੀਂ ਪੜ੍ਹ ਕੇ ਸੁਣਾ ਦਿਓ ਭਲਾ ਕਿਹੜੀ ਕਿਤਾਬ ਹੈ, ਕਿਹੜੀ ਤਫਸੀਰ ਹੈ, ਕਿਹੜੇ ਬਾਬੇ ਨੇ ਲਿਖੀ ਹੈ, ਕੋਈ ਦੱਸੋ ਸਾਨੂੰ। ਚਲੋ ਉਹ ਪਤਾ ਨਹੀਂ ਹੁਣ ਉਹ ਹੋਰ ਕੋਈ ਨਵਾਂ ਹਵਾਲਾ ਲੈਣ ਤੁਰ ਗਏ ਨੇ। ਮੈਨੂੰ ਲੱਗਦਾ ਤੁਸੀਂ ਮਿਰਜ਼ਾ ਜੂਨੀਅਰ ਨੂੰ ਫੋਨ ਲਾਇਆ ਹੈ। ਉਹਨੇ ਕਦੀ ਆਪਣੇ ਪਿਓ ਦੀ ਨਹੀਂ ਮੰਨੀ ਤੇ ਉਹਨੇ ਤੁਹਾਡੀ ਕੀ ਮੰਨੀ ਜੇ? ਉਹ ਉਧਰੋਂ ਕੱਖ ਨਹੀਂ ਜਲ ਬਣਾ ਤੁਹਾਨੂੰ, ਇੱਧਰ ਆ ਕੇ ਸਾਡੇ ਨਾਲ ਗੱਲ ਕਰੋ। हेलो मुस्लिम इल्मी साहब, हेलो मैनू तो कोई और ही शक पैंदा पिया। हेलो मुस्लिम साहब, मुस्लिम इल्मी किताबी साहब, चलो दौड़ गए। चलो हेलो वेख लिया जे भाई सारिया ने, यह जे मुस्लिम इल्मी किताबी है पई जे इल्मीयत और किताबियत। हेलो है जे पिया इंजीनियर ਤੇ ਰੋਲੇ ਇਹਨਾਂ ਨੇ ਪਾਏ ਹੁੰਦੇ ਜੇ ਆਪਣੀਆਂ ਬਰਾਡਾਂ ਦੇ ਉੱਤੇ, ਉਹ ਰੋਲਾ ਪਾਉਂਦੇ ਜੇ, ਉਹ ਖੱਪ ਪਾਈ ਹੁੰਦੀ ਇਹਨਾਂ ਨੇ ਜੀ।
ਜਦੋਂ ਇਹਨੇ ਕਿਹਾ ਨਾ ਕਿ ਜੀ ਕਰੋ, ਅਸੀਂ ਜੀ ਤਿਆਰ ਹਾਂ ਜੀ ਤੁਹਾਡੇ ਨਾਲ ਮੁਨਾਜ਼ਰਾ ਕਰਨ ਵਾਸਤੇ, ਤੇ ਮੈਨੂੰ ਉਸ ਟਾਈਮ ਮੈਂ ਬੜਾ ਯਕੀਨ ਕਰੋ ਮੇਰਾ ਦਿਲ ਕੀਤਾ ਕਿ ਜਿਹੜਾ ਇਹਨਾਂ ਨੂੰ ਮੈਂ ਜ਼ਰਾ ਪੁੱਛਾਂ ਤੇ ਸੀ ਕਿ ਮਾਈ ਦਾ ਲਾਲ ਜੰਮ ਪਿਆ, ਕਿਸੇ ਮਰਦੈਨ ਨੇ ਉਹ ਬਾਲ ਜੰਮ ਲਿਆ ਵੇ ਜਿਹੜਾ ਮੁਨਾਜ਼ਰਾ ਕਰਨ ਵਾਸਤੇ ਸਾਹਮਣੇ ਆਏ ਸ਼ਾਹ ਸਾਹਿਬ ਜਨਾਬ। ਵੱਲਾ ਮੇਰੇ ਨਾਲ ਆਈ या ਫਲੋ भाई ਹੋ अभी ਰਿਹਾ नईम भाई की कॉल आई ਔਰ थी मुझे। ਅੱਖਾਂ ਦੇ ਵਿੱਚ ਦਰਦ ਹੋ ਰਿਹਾ ਹੈ ਸ਼ਦੀਦ, ਤੇ ਚਸ਼ਮਾ ਮੈਂ ਲਾਇਆ ਜੇ ਕਾਲੇ ਰੰਗ ਦਾ, ਤੇ ਮੈਂ ਲੇਟਿਆ ਸਾ ਜੇ। ਵੱਲਾ ਮੈਂ ਝੂਠ ਨਹੀਂ ਜੇ ਬੋਲ ਰਿਹਾ, ਮੈਂ ਬੈੱਡ ਰੈਸਟ ਤੇ ਆ, ਤੇ ਮੈਂ ਸਿਰਫ ਇਸ ਬੰਦੇ ਵਾਸਤੇ ਆ ਕੇ ਲੈਪਟਾਪ ਓਪਨ ਕੀਤਾ ਜੇ। ਇਹ ਸਾਹਮਣੇ ਮੇਰੇ, ਹਾਲਾਂਕਿ ਨਜ਼ਰ ਨਹੀਂ ਮੇਰੀ ਠਹਿਰਦੀ ਪਈ, ਮੇਰੇ ਤੇ ਮੋਬਾਈਲ ਦੇ ਨਜ਼ਰ ਨਹੀਂ ਠਹਿਰਦੀ ਪਈ, ਤੇ ਲੈਪਟਾਪ ਵੀ ਨਾਲ, ਸਿਰਫ ਇਸ ਬੰਦੇ ਨਾਲ ਮੁਕਾਲਮਾ ਕਰਨ ਵਾਸਤੇ ਮੈਂ ਆਪਣੀ ਸਿਹਤ ਦੀ ਪਰਵਾਹ ਨਹੀਂ ਕੀਤੀ ਤੇ ਆਪਣੇ ਆਰਾਮ ਦੀ ਪਰਵਾਹ ਨਹੀਂ ਕੀਤੀ, ਤੇ ਇਹ ਇਹਨਾਂ ਦੀ ਔਕਾਤ ਜੇ। ਤੇ ਫਿਰ ਕਹਿੰਦੇ ਨੇ ਜੀ ਲਿਆਓ ਇਹਨਾਂ ਮੁਸਲਮ ਇਲਮੀ ਕਿਤਾਬੀ ਤੇ ਕਾਦੀਆਨੀਆਂ ਦੀ। ਕਾਦੀਆਨੀ ਵੀ ਇਹੋ ਜੇ ਇੰਜ ਦੇ ਹੀ, ਤੇ ਮਰਜ਼ਈ ਵੀ ਇੰਜ ਦੇ, ਦੋਵੇਂ ਭੈਣ ਭਰਾ ਇੱਕੋ ਜੇ। ਤੇ ਡੀਨ ਕੀ ਮਾਰਦਾ ਸੀ ਪਿਆ ਜੀ, ਜ਼ਿਆ ਰਸੂਲ ਦਾ ਮੁਨਾਜ਼ਰਾ ਹੋ ਰਿਹਾ ਸੀ ਆਜ਼ਮ ਸੈਫੀ ਨਾਲ, ਤੇ ਮੈਂ ਵਿੱਚ ਜਾ ਕੇ ਜਦੋਂ ਕਿਹਾ ਨਾ, ਤੇ ਮੈਂ ਵਿੱਚ ਜਦੋਂ ਜਾ ਕੇ ਕਿਹਾ ਓਏ ਓਏ ਤੂੰ ਨਾ ਜ਼ਿਆ ਰਸੂਲ ਦੇ ਤੂੰ ਮੂਤਰ ਵਰਗਾ ਵੀ ਨਹੀਂ ਹੈ, ਤੂੰ ਜਦੋਂ ਕਿਹਾ ਤੇ ਬੜਾ ਤੂੰ ਮੁਨਾਜ਼ਰਾ ਕੀਤਾ ਤੇ ਉਹਨਾਂ ਤੂੰ ਚੁੱਪ ਕਰਾ ਦਿੱਤਾ। ਕਰ ਯਾਰ ਜ਼ਿਆ ਰਸੂਲ ਆਪੇ ਗੱਲ ਕਰ, ਤੂੰ ਮੁਨਾਜ਼ਰੇ ਦਾ ਦੱਸਦਾ ਤਾਂ ਪਿਆ ਕੀ ਵਾਰਦਾਤ ਹੋਈ ਹੈ, ਕੀ ਕਾਰਵਾਈ ਹੋਈ ਹੈ। अस्सलाम वालेकुम रहमतुल्लाहि व बरकातहू। ਕਾਰਵਾਈ ਸਰ ਜੀ ਇਹ ਹੋਈ ਕਿ ਆਜ਼ਮ ਸੈਫੀ ਬੈਠਾ ਸੀ ਆਪਣੀ ਬਰਾੜ ਤੇ ਮੈਂ ਚਲਾ ਗਿਆ ਉੱਥੇ। ਅੱਛਾ, ਤੇ ਉਹ ਤੁਹਾਨੂੰ ਪਤਾ ਫਿਰ ਇਹਨਾਂ ਕੋਲ ਇੱਕੋ ਹੀ ਟੌਪਿਕ ਹੈਗਾ ਵਾ ਹਜ਼ਰਤ ਈਸਾ अलैहिस्सलातु वस्सलाम ਦਾ। ਮੈਂ ਕਿਹਾ ਜੀ ਕੀ ਗੱਲ ਹੋ ਰਹੀ ਆ? ਕਹਿੰਦੇ ਜੀ ਬਸ ਐਸੇ ਗੁਫ਼ਤਗੂ ਚੱਲ ਰਹੀ ਆ। ਤੇ ਮੈਂ ਕਿਹਾ ਕੋਈ ਆਪਨੇ ਕੋਈ ਬਾਤ ਕਰਨੀ? ਮੈਂ ਕਿਹਾ ਜੀ ਕਰੋ, ਕਿਹੜੀ ਗੱਲ ਕਰਨੀ ਹੈ? ਕਹਿੰਦੇ ਜੀ ਸਾਡੇ ਦਰਮਿਆਨ ਇੱਕੋ ਹੀ ਤਾਂ ਇਖਤਲਾਫੀ ਮਸਲਾ ਵਾ ਹਜ਼ਰਤ ਈਸਾ अलैहिस्सलातु वस्सलाम ਦਾ। ਮੈਂ ਕਿਹਾ ਯਾਰ ਤੂੰ ਡਿਬੇਟ ਨੂੰ ਛੱਡ, ਤੂੰ ਅੱਜ ਮੈਨੂੰ ਇਹ ਦੱਸ ਵੀ ਇਸ ਮਸਲੇ ਦੇ ਵਿੱਚ ਲੁਕਿਆ ਕੀ ਹੈ, ਕਿਹੜੀ ਸ਼ੈ ਲੁਕੀ ਹੈ ਇਸ ਮਸਲੇ ਦੇ ਵਿੱਚ ਕਿ ਤੁਹਾਨੂੰ ਇਹ ਤੋਂ ਇਲਾਵਾ ਹੋਰ ਕੋਈ ਗੱਲ ਆਂਦੀ ਨਹੀਂ। ਜਦੋਂ ਵੇਖ ਲਓ ਹਜ਼ਰਤ ਈਸਾ अलैहिस्सलाम, ਜਦੋਂ ਵੇਖ ਲਓ ਹਜ਼ਰਤ ਈਸਾ, ਕੀ ਇਹਦੇ ਪਿੱਛੇ ਲੁਕਿਆ ਕੀ ਆ? ਕਿਹੜਾ ਐਸਾ ਫਾਰਮੂਲਾ ਇਹਦੇ ਪਿੱਛੇ ਹੈਗਾ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਬਸ ਇਹ ਹੀ ਬੜਾ ਜ਼ਰੂਰੀ ਆ? ਬੜਾ ਜੀ ਉਹਨੇ ਘੁਮਾਇਆ ਗੱਲ ਨੂੰ ਅੱਗੇ ਪਿੱਛੇ ਲਿਜਾਣ ਦੀ, ਹਰ ਗੱਲ ਤੋਂ ਮੈਂ ਉਹਨੂੰ ਫੜਿਆ। ਐਂਡ ਕੀ ਹੋਇਆ? ਮੈਂ ਐਂਡ ਇਹ ਹੋਇਆ ਸਰ ਜੀ ਕਿ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਹਜ਼ਰਤ ਈਸਾ अलैहिस्सलातु वस्सलाम ਦਾ ਤਾਂ ਕੋਈ ਸਿਰੇ ਤੋਂ 1% ਵੀ ਝਗੜਾ ਨਹੀਂ ਹੈਗਾ ਸਾਡਾ ਤੇ ਤੁਹਾਡਾ ਬਣਦਾ। ਕਿਉਂ ਕਿ ਹਜ਼ਰਤ ਈਸਾ अलैहिस्सलातु वस्सलाम ਨੂੰ ਅਗਰ ਫੌਤਸ਼ੁਦਾ ਵੀ ਮੰਨ ਲਿਆ ਜਾਏ ਤੇ ਸਾਡਾ ਤੇ ਮਰਜ਼ਈਆਂ ਦਾ ਜਿਹੜਾ ਇਖਤਲਾਫ ਆ ਉਹ ਰੱਤੀ ਭਰ ਵੀ ਘੱਟ ਨਹੀਂ ਹੋਣਾ, ਬਿਲਕੁਲ ਉਹ ਉਂਝ ਹੀ ਰਹਿਣਾ। ਤੇ ਫਿਰ ਮੈਂ ਕਿਹਾ ਇਸ ਮਸਲੇ ਦਾ, ਕਹਿੰਦਾ ਕਿੰਜ ਉਂਝ ਰਹਿਣਾ? ਮੈਂ ਕਿਹਾ ਤੂੰ ਸਮਝਾ ਦੇ। ਕਹਿੰਦਾ ਜੀ ਅੱਛਾ ਜੀ ਅਗਰ ਹਜ਼ਰਤ ਈਸਾ अलैहिस्सलातु वस्सलाम ਨੂੰ ਫੌਤਸ਼ੁਦਾ ਮੰਨ ਲਈਏ ਤੇ ਫਿਰ ਵੇਖੋ ਸਾਡੇ ਬੜੇ ਮਸਲੇ ਹੱਲ ਹੁੰਦੇ ਆ। ਤੂੰ ਕਹਿੰਦਾ ਇੱਕ ਵਾਰੀ ਬਿਲਫਰਜ਼ ਮੰਨ ਲਾ ਖਾਂ ਕਿ ਹਜ਼ਰਤ ਈਸਾ अलैहिस्सलातु वस्सलाम ਫੌਤਸ਼ੁਦਾ ਹੋਣ ਤੋਂ ਵੇਖ ਕਿੰਜ ਮਸਲੇ ਹੱਲ ਹੁੰਦੇ। ਮੈਂ ਕਿਹਾ ਚਲੋ ਜੀ ਬਿਲਫਰਜ਼ ਅਗਰ ਮੰਨ ਲਿਆ ਜਾਏ ਹਜ਼ਰਤ ਈਸਾ अलैहिस्सलातु वस्सलाम ਫੌਤ ਹੋ ਗਏ, ਹੁਣ ਦੱਸ ਕਿੰਜ ਮਸਲੇ ਹੱਲ ਹੋਏ? ਉਹ ਹੁਣ ਅੱਗੋਂ ਉਹਨੂੰ ਗੱਲ ਨਾ ਆਵੇ। ਕਹਿੰਦਾ ਜੀ ਵੇਖੋ ਫਿਰ ਇਹਦਾ ਮਤਲਬ ਆ ਕਿ ਤੁਸੀਂ ਫਿਰ ਮੰਨ ਲੈਣਗੇ ਉਹਨਾਂ ਕਿ ਨਬੀ ਆ ਸਕਦਾ। ਮੈਂ ਕਿਹਾ ਇਹਦਾ ਕੀ ਤਲਕ? ਕਹਿੰਦਾ ਹਦੀਸਾਂ। ਮੈਂ ਕਿਹਾ ਜਦੋਂ ਕੁਰਾਨ ਕਹਿ ਦੇਗਾ ਕਿ ਉਹ ਫੌਤ ਹੋ ਗਿਆ ਆ ਤੇ ਹਦੀਸਾਂ ਤਾਂ ਗਲਤ ਹੋ ਜਾਣੀਆਂ, ਉਹਨੂੰ ਕੌਣ ਮੰਨੇਗਾ? ਬੜਾ ਇਹਨੇ ਇਧਰੋਂ ਘੁਮਾ ਉਧਰੋਂ ਘੁਮਾ ਇਸ ਗੱਲ ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਉਹ ਐਂਡ ਇਹ ਹੋਇਆ ਕਿ ਉਹਨੂੰ ਮੰਨਣਾ ਪਿਆ। ਜਿਹੜਾ ਵੀ ਬੰਦਾ ਉਹ ਗੁਫ਼ਤਗੂ ਸੁਣ ਲਿਆਗਾ ਨਾ ਮਰਜ਼ਈ, ਉਹਨੂੰ ਪਤਾ ਲੱਗ ਜਾਏਗਾ ਅੱਜ ਕਿ ਇਹ ਮੌਜੂ ਦੇ ਪੱਲੇ ਕੱਖ ਵੀ ਨਹੀਂ ਹੈਗਾ। ਐਂਡ ਤੇ ਚੁੱਪ ਹੋ ਗਿਆ ਬਿਲਕੁਲ। ਉਹਦੀ ਰਿਕਾਰਡਿੰਗ ਕੀਤੀ ਜੇ ਕਿ ਨਹੀਂ? ਮਾਸ਼ਾਅੱਲਾ ਰਿਕਾਰਡਿੰਗ ਹੈ ਜੀ ਸਰ ਜੀ, ਬਿਲਕੁਲ ਸਹੀ ਹੋ ਗਿਆ, ਬਿਲकुल ਰਿਕਾਰਡਿੰਗ ਰਿਕਾਰਡ ਹਰ ਚੀਜ਼ ਦਾ ਰੱਖੀਦਾ ਜੀ। ਇਜਾਜ਼ਤ ਹੋਵੇ ਸਰਕਾਰ ਦਾ ਮੈਂ ਵੀ ਕੁਝ ਅਰਜ਼ ਕਰਾਂ ਜੀ। ਹਾਂਜੀ ਤੁਸੀਂ ਫਰਮਾ ਲਓ ਜੀ। ਜੀ ਨਾ ਫਰਮਾਣਾ ਸਰਕਾਰ। ਮੈਂ ਕੀ ਮਾਸ਼ਾਅੱਲਾ ਇੰਨੇ ਪੜ੍ਹੇ ਲਿਖੇ ਬੰਦੇ ਬੈਠੇ ਨੇ, ਮੈਂ ਸਿਰਫ ਆਪਣੀ ਇਸਲਾਹ ਲਈ ਮਾਸ਼ਾਅੱਲਾ ਮੈਂ ਦੇਖਿਆ ਇਹ ਗਰੁੱਪ ਤੁਹਾਡਾ ਤੇ ਮਾਸ਼ਾਅੱਲਾ ਬੜੀ ਵਧੀਆ ਤੁਸੀਂ ਗੁਫ਼ਤਗੂ ਕਰ ਰਹੇ ਸੋ ਤੇ ਮੇਰਾ ਵੀ ਦਿਲ ਕੀਤਾ ਕਿ ਮੈਂ ਜੁਆਇਨ ਕਰਾਂ। ਮੈਂ ਤੋਂ ਪੁੱਛਣਾ ਇਹ ਚਾਹ ਰਿਹਾ ਸਾਂ ਮਾਸ਼ਾਅੱਲਾ ਸਾਰੇ ਤੁਸੀਂ ਪਹਿਲੇ ਤੇ ਇਹ ਵੇ ਅਗਲੀ ਗੱਲ ਬਾਅਦ ਚ ਪੁੱਛਿਆ ਜੇ ਤੇ ਗੁਫ਼ਤਗੂ ਦਾ ਤਰੀਕਾ ਇਹ ਹੁੰਦਾ ਹੈ, ਅੰਦਾਜ਼ ਇਹ ਹੁੰਦਾ, ਨਾਲੇ ਤੁਸੀਂ ਸਾਨੂੰ ਪੜ੍ਹੇ ਲਿਖੇ ਕਹਿੰਦੇ ਹੋ ਪਏ ਤੇ ਇਲਮੀ ਸ਼ਖਸੀਅਤ ਕਹਿੰਦੇ ਹੋ ਪਏ ਤੇ ਬਕੌਲ ਤੁਹਾਡੇ ਤੁਸੀਂ ਸਾਡੇ ਨਾਲੋਂ ਇਲਮ ਚ ਘੱਟ ਹੋ ਤੇ ਦੋ ਬੰਦੇ ਜਦੋਂ ਗੱਲ ਕਰ ਰਹੇ ਨੇ ਇਲਮੀ
ਤੇ ਤੁਸੀਂ ਜੀ, ਵਿੱਚ ਬੋਲਣਾ ਨਹੀਂ ਸੀ ਤੁਹਾਨੂੰ ਚਾਹੀਦਾ। ਇੰਤਜ਼ਾਰ ਮੈਂ ਮਾਫ਼ੀ ਕਰੋ, ਚਾਹੁੰਦਾ। ਚੁੱਪ ਕਰਕੇ ਮਾਫ਼ੀ ਬਸ ਚਾਹੁੰਦਾ। ਵੇਖੀਦਾ ਹੁੰਦਾ ਹੈ। ਤਰੀਕਾਕਾਰ ਇਨਸਾਨੀ ਤੌਰ ਤੇ ਇਹ ਬੰਦਾ ਵੇ ਕਿ ਜੋ ਦੋ ਇਲਮੀ ਅਸ਼ਖਾਸ ਜਦੋਂ ਗੁਫ਼ਤਗੂ ਕਰ ਰਹੇ ਹੋਣ ਤੇ ਬਿਲਕੁਲ ਦੂਜੇ ਜਿਹੜੇ ਹੁੰਦੇ ਨੇ ਬਹਿ ਕੇ ਸੁਣਦੇ ਨੇ। ਤੁਸੀਂ ਵੇਖਿਆ ਬਰਾੜ 'ਚ ਇੰਨੇ ਬੰਦੇ ਬੈਠੇ ਨੇ, ਕੋਈ ਸਾਡੀ ਦੋ ਬੰਦਿਆਂ ਦੇ ਵਿੱਚ ਕੋਈ ਬੋਲਿਆ ਹੋਏ, ਹਾਲਾਂਕਿ ਉਹਨਾਂ ਨੂੰ ਵੀ ਜਲਦੀ ਏ, ਉਹ ਤੁਹਾਡੇ ਤੋਂ ਜ਼ਿਆਦਾ ਕਾਹਲੀ ਨੇ, ਉਹਨਾਂ ਨੇ ਵੀ ਸਵਾਲ ਕਰਨੇ ਨੇ। ਲੇਕਿਨ ਬਹਰਹਾਲ ਚਲੋ ਹੁਣ ਤੁਸੀਂ ਇਹ ਜਸਾਰਤ ਕਰ ਹੀ ਲਈਏ ਤਾਂ ਫਰਮਾਓ, ਕੀ ਫਰਮਾਉਂਦੇ ਹੋ? ਹਾਂ ਨਾ ਸਰਕਾਰ, ਮੈਂ ਆਪਣੇ ਅਲਫਾਜ਼ ਵਾਪਸ ਲੈਣਾ ਜੀ। ਮਾਸ਼ਾਅੱਲਾ, ਮੈਂ ਇਹ ਸਲਾਹ ਤੁਸੀਂ ਕੀਤੀ, ਬਹੁਤ ਵਧੀਆ ਲੱਗਾ। ਕੈਰੀ ਔਨ ਸਰ, ਤੁਸੀਂ ਜਾਰੀ ਰੱਖੋ ਜੀ। ਜਦ ਤੁਹਾਡੀ ਗੱਲ ਖਤਮ ਹੋਊਗੀ ਤਾਂ ਮੈਂ ਉਦੋਂ ਪੁੱਛ ਲਾਂਗਾ। ਨਹੀਂ ਹੁਣ ਤਾਂ ਤੁਸੀਂ ਖਤਮ ਕਰਾ ਹੀ ਛੱਡੀਏ ਸਾਡੇ ਦੋਵਾਂ ਦੀ ਗੱਲ, ਤੇ ਤੁਸੀਂ ਕਰ ਲਓ ਪਹਿਲੇ ਦੇ। ਨਾ ਮੈਂ ਸਰ ਇਹੀ ਪੁੱਛਣਾ ਚਾਹ ਰਿਹਾ ਸੀ। ਮਾਸ਼ਾਅੱਲਾ ਜਿਹੜੀ ਤੁਸੀਂ ਗੁਫ਼ਤਗੂ ਕਰ ਰਹੇ ਸੋ, ਇੱਕ ਤਾਂ ਪਹਿਲੇ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਮੈਨੂੰ ਟਾਈਮ ਦਿੱਤਾ ਜੀ। ਇੰਨਾ ਗੱਲ ਇਹ ਹੈ ਬਈ ਆ ਜਿਹੜੀ ਆਪਸ 'ਚ ਨਾ ਮਤਲਬ ਗੁਫ਼ਤਗੂ ਹੋ ਰਹੀ ਹੈ ਹਜ਼ਰਤ ਈਸਾ ਅਲੈਹਿਸਲਾਮ ਦੀ, ਅਸੀਂ ਸੱਚੀ ਬਈ ਇੰਨੇ ਪੜ੍ਹੇ ਲਿਖੇ ਨਹੀਂ, ਲੇਕਿਨ ਅਸੀਂ ਬਚਪਨ ਤੋਂ ਇਹੀ ਸੁਣਦੇ ਆ ਰਹੇ ਹਾਂ ਬਈ ਯਾਰ ਹਜ਼ਰਤ ਈਸਾ ਅਲੈਹਿਸਲਾਮ ਨੇ, ਇਹ ਜਿਹੜੀ ਭਾਈ ਜੀ ਗੱਲ ਕਰ ਰਹੇ ਨੇ ਬਈ ਯਾਰ ਹਜ਼ਰਤ ਈਸਾ ਅਲੈਹਿਸਲਾਮ ਨੇ ਯਾਨੀ ਬਹੁਤ ਸਾਰੇ ਇਸ ਤਰ੍ਹਾਂ ਦੇ ਅੰਬਿਆਵਾਂ ਨੇ ਦੁਆ ਕੀਤੀ ਸੀ ਕਿ ਸਾਨੂੰ ਯਾ ਅੱਲਾ ਆਖਰੀ ਉਮਤ ਵਿੱਚ ਤੂੰ ਪੈਦਾ ਫਰਮਾ। ਮਤਲਬ ਯਾਨੀ ਜਿਹੜੇ ਆਖਰੀ ਉਮਤ ਦੇ ਜਿਹੜੇ ਬੈਨੀਫਿਟ ਦਿੱਤੇ ਗਏ ਨੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਦੀ, ਯਾਨੀ ਇਹ ਜਿਹੜੇ ਆਖਰੀ ਉਮਤ ਹੈ ਇਹਨਾਂ ਦੇ ਜਿਹੜੇ ਉਹ ਮਤਲਬ ਇਹਨਾਂ ਨੂੰ ਬੈਨੀਫਿਟ ਦਿੱਤੇ ਗਏ ਨੇ, ਪਹਿਲੀ ਉਮਤਾਂ 'ਚ ਨਹੀਂ ਸਨ। ਤੇ ਬਹੁਤ ਸਾਰੇ ਐਸੇ ਅੰਬਿਆ ਨੇ ਜਿਨ੍ਹਾਂ ਨੇ ਇਹ ਦੁਆਵਾਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਹਜ਼ਰਤ ਈਸਾ ਅਲੈਹਿਸਲਾਮ ਵੀ ਸਨ। ਤਾਂ ਉਹਨਾਂ ਦੀ ਇਹ ਦੁਆ ਕਬੂਲ ਹੋਈ, ਇਸ ਕਰਕੇ ਅੱਲਾਹ ਪਾਕ ਨੇ ਉਹਨਾਂ ਨੂੰ ਜ਼ਿੰਦਾ ਜ਼ਮੀਨ ਤੋਂ ਉਠਾ ਲਿਆ ਸੀ। ਤੇ ਉਹ ਹੁਣ ਦੁਬਾਰਾ ਫਿਰ ਇਸ ਉਮਤ ਦੇ ਵਿੱਚ ਆਣਗੇ। ਇਹ ਅਸੀਂ ਸਰ ਇਸ ਤਰ੍ਹਾਂ ਸੁਣਿਆ, ਇਹ ਪਲੀਜ਼ ਇਹਦੀ ਥੋੜ੍ਹੀ ਇਸਲਾਹ ਫਰਮਾ ਦਿਓ ਕੁਰਾਨ ਹਦੀਸ ਦੀ ਰੋਸ਼ਨੀ 'ਚ ਜਾਂ ਉਸ ਤਰ੍ਹਾਂ, ਕਿਉਂਕਿ ਅਸੀਂ ਤਾਂ ਅਨਪੜ੍ਹ ਬੰਦੇ ਹਾਂ, ਅਸੀਂ ਤਾਂ ਵੀਰੇ ਐਵੇਂ ਹੀ ਸੁਣਿਆ ਵੱਡੇ ਤੋਂ। ਤੇ ਬਸ ਮੇਰਾ ਇਹੀ ਸਵਾਲ ਸੀ ਜੀ ਭਰਾਵਾ, ਹੋਰ ਕੁਛ ਨਹੀਂ। ਤੇ ਕੋਈ ਬੰਦਾ ਵੀ ਤੁਹਾਡੇ 'ਚੋਂ ਜਵਾਬ ਮੈਂ ਅਸੀਂ ਆਪਣੇ ਵੱਡਿਆਂ ਤੋਂ ਐਵੇਂ ਹੀ ਸੁਣਿਆ ਵਰ ਜੀ ਥੱਲੇ ਟੁਰ ਜਾਓ, ਮੈਂ ਜਵਾਬ ਦੇਣਾ। ਦਲੀਲ ਨਹੀਂ ਦੇ ਜੀ ਅਸੀਂ ਤੁਹਾਨੂੰ ਕੋਈ ਦਲੀਲ ਨਹੀਂ ਦੇ ਸਕਦੇ ਬਈ ਯਾਰ ਕਿੱਥੇ, ਅਸੀਂ ਤਾਂ ਐਵੇਂ ਸੁਣਿਆ ਅਨਪੜ੍ਹ ਬੰਦੇ ਐ ਸੱਚੀ ਨੈਟ ਆਉਣ ਨਾਲ। ਚਲੋ ਇਹ ਹੋ ਗਿਆ ਬਈ ਯਾਰ ਤੁਹਾਡੇ ਵਰਗੇ ਭਰਾ ਜਿਹੜੇ ਬੈਠੇ ਹੁੰਦੇ ਨੇ, ਚਲੋ ਅਸੀਂ ਉਹਨਾਂ ਤੋਂ ਪੁੱਛ ਲਈਦਾ, ਕਿਉਂ ਅਸੀਂ ਆਪ ਤਾਂ ਇੰਨੇ ਪੜ੍ਹੇ ਲਿਖੇ ਹੈ ਨਹੀਂ ਵੀਰੇ। ਜੀ ਹੋਰ ਕੋਈ ਸਵਾਲ ਹੈ ਜੇ ਤੇ ਕਰ ਲਓ। ਨਾ ਬਸ ਇਹ ਸੀ ਮੈਂ ਨਹੀਂ ਸਰ, ਬਸ ਇਹ ਸੀ ਜੀ ਮੇਰੇ ਜ਼ਿਹਨ 'ਚ ਸੀ। ਥੱਲੇ ਤਸ਼ਰੀਫ ਲੈ ਜਾਓ, ਕਾਲ ਛੱਡ ਦਿਓ, ਥੱਲੇ ਬਹਿ ਜਾਓ, ਮੈਂ ਜਵਾਬ ਦੇਣਾ ਜੀ। ਉਹ ਇਹ ਵੇ ਕਿ ਤੁਸੀਂ ਬਿਲਕੁਲ ਸਹੀ ਸੁਣਿਆ, ਇਹੋ ਹੀ ਮੁਸਲਮਾਨਾਂ ਦਾ ਅਕੀਦਾ ਹੈ ਜੀ, ਠੀਕ ਹੈ ਜੀ। ਤੇ ਉਹ ਜਿਹੜਾ ਅਕੀਦਾ ਵੇ ਨਾ ਮਜਮੂਈ ਤੌਰ ਤੇ ਮੁਸਲਮਾਨਾਂ ਦਾ ਇੱਕ ਪਾਇਆ ਜਾ ਰਿਹਾ ਹੈ ਕੁਰਾਨ ਔਰ ਹਦੀਸ ਤੋਂ ਜਿਹੜਾ ਮਾਖੂਜ਼ ਇੱਕ ਅਕੀਦਾ ਔਰ 1400 ਸਾਲਾਂ ਤੋਂ ਜਿਹੜਾ ਟੁਰਦਾ ਆ ਰਿਹਾ ਹੈ, ਉਹ ਇਹੋ ਹੀ ਅਕੀਦਾ ਜਿਹੜਾ ਤੁਸੀਂ ਬਿਆਨ ਕੀਤਾ ਹੈ। ਅੱਛਾ ਜੀ, ਹੋਰ ਕੋਈ ਕਾਦੀਆਨੀ ਜਾਂ ਮਰਜ਼ਈ ਹੈ ਵੇ ਭਾਈ ਲਾਈਨ 'ਚ? ਤੇ ਆ ਜਾਓ ਯਾਰ, ਕੋਈ ਝੱਟ ਬਹਿ ਕੇ ਕੋਈ ਮੁਕਾਲਮਾ ਕਰ ਲਈਏ ਕਿਸੇ ਮੌਜੂ ਦੇ ਉੱਤੇ, ਕੋਈ ਤਬਲੀਗ ਕਰੋ ਸਾਨੂੰ ਭਾਈ। ਤੇ ਇਹ ਵੇਖੋ ਨਾ, ਇਹ ਹਜੇ ਹੁਣ ਇੱਕ ਸਾਇਲ ਆਏ ਸਨ, ਤੇ ਹੋ ਸਕਦਾ ਉਹ ਵੀ ਤੁਹਾਡੀ ਟੀਮ ਜੁਆਇਨ ਕਰ ਲੈਣ ਤੇ ਤਬਲੀਗ ਹੋਏਗੀ ਤੁਹਾਡੀ। ਅਸੀਂ ਵੀ, ਸਾਨੂੰ ਵੀ ਚਾਹੀਦੀ ਹੈ ਤਬਲੀਗ। ਤੇ ਅਜ਼ਿਆਰ ਸੁਲ ਵੀ ਬੈਠਾ ਜੇ ਬੜੀ ਦੇਰ ਦਾ, ਇਹਨੂੰ ਵੀ ਚਾਹੀਦੀ ਹੈ ਤਬਲੀਗ। ਤੇ ਆਓ ਭਾਈ ਕੋਈ ਦਵੇ ਸਾਨੂੰ ਤਬਲੀਗ। ਆ ਜਾਓ ਭਾਈ, ਆ ਜਾਓ, ਤੁਰਦੇ ਆਓ। ਅੱਛਾ ਅਸਦ ਸਾਹਿਬ ਬੈਠੇ ਨੇ, ਅਸਦ ਕੋਈ ਗੱਲ ਕਰੋ ਭਾਈ, ਸੁਣਾਓ ਗੱਲ ਕੋਈ। अस्सलाम वालेकुम वरहमतुल्लाहि वबरकातुहू। तमाम भाइयों को, शाह साहब कैसे हैं आप? जी अल्हम्दुलिल्लाह। शेख मैं तो अभी ज्वाइन किया है मैंने, तो मेरे नहीं इल्म में, अभी मैं सुन रहा था कि आप गुफ्तगू कर रहे थे ज़िया भाई के साथ, तो बस इतना ही मैंने सुना है। तो माशाल्लाह यही है जी इनका, अगर ये कहते हैं कि मान जाएं आप, बस यही ये टीले लगाते हैं कि मान जाएं जी हज़रत ईसा अलैहिस्सलाम फ़ौत हो गए हैं, तो बिल फ़र्ज़ मुहाल हमने सेक ऑफ आर्गूमेंट हमने मान लिया बात को आगे बढ़ाने के लिए, समझने के लिए, तो फिर आगे इनके पल्ले कुछ भी नहीं होता। ਅੱਗੇ ਵੀ ਤਾਂ ਮਰੋ ਨਾ, ਸਾਨੂੰ ਦੱਸੋ ਕੁਝ। ਫੌਤ ਤੇ ਤੁਸੀਂ ਕਰ ਦਿੱਤਾ ਤਵੀਲਾਂ ਦੇ ਨਾਲ, ਤੇ ਅੱਗੇ ਹੁਣ ਕਹਾਣੀ ਕੀ ਕਰਨੀ ਜੇ? ਅੱਗੇ ਤੁਹਾਨੂੰ ਪਤਾ ਕਿ ਮਿਰਜ਼ਾ ਕਾਦੀਆਨੀ ਦੇ ਕਰੈਕਟਰ ਤੇ ਗੱਲ ਲਾਣੀ ਹੈ, ਉੱਥੇ ਤੁਹਾਨੂੰ ਮੌਤ ਪੈ ਜਾਣੀ ਹੈ। ਉੱਥੇ ਤੁਸੀਂ ਕੀ ਕਰੋਗੇ? ਤੁਸੀਂ ਮਨਵਾ ਵੀ ਲਵੋ ਸਾਰੀ ਦੁਨੀਆ ਨੂੰ ਕਿ ਈਸਾ ਅਲੈਹਿਸਲਾਮ ਫੌਤ ਹੋ ਗਏ ਨੇ ਬਿਲ ਫਰਜ਼ ਮੁਹਾਲ, ਅੱਗੋਂ ਤੁਸੀਂ ਕੀ ਕਰੋਗੇ? बस ये इनके ड्रामे हैं, तो आगे इनके पल्ले कख भी नहीं होगा। आगे सिर्फ दीवार खड़ी हुई है जो मिर्ज़ा कादियानी ने अपनी शख्सियत के ईंटें लगाई हुई हैं, वो ये पार नहीं कर सकते, कर सकते ही नहीं है वो। बजा क्या किसी को बताएंगे? वो ठरकी बुढ़ा एक नंबर का,
इनकी माओ बहनों के साथ वो गलत कारियाँ करता रहा, बेटा उसका अभी तक ये कर रहे हैं, तो क्या बताएंगे ये किसी को? एक अल्लाह के सच्चे नबी को हमने तवीलों के साथ फौत कर दिया, तो हमने अपना ये बुढ़ा ठरकी इधर खड़ा किया। उस्मान और टाइटल ला दियो भाई, हयातो वफाते मसीह से मिर्ज़ा कादियानी का क्या ताल्लुक, वो ला दियो जी उस्ताद जी, मोहतरम, ये बात ना जारी उधर रखो। गाली दी थी उधर इसने सैफी ने, और ये मुकर के वहाँ पे, इसलिए मैं लगाई थी कि देख लें। अभी उधर से ज़िया भाई आए हैं तो शायद कोई कादियानी पीछे आए और देख ले कि जो हम बात कर रहे थे सच्ची बात है। वो गाली दे रहे थे कि ईसा अलैहिस्सलाम के बारे में उसने कैसी गाली दी है नीचे सैफी ने। ये सही नज़र नहीं आ रहा, पढ़ा नहीं जा रहा सही तरह से। चलो कोई नहीं, और रिकॉर्डिंग क्या आ गई है। ये देखे ना असफ भाई, ये नीचे लिखा तो हुआ है ईसा ने तुम्हारा, ये देखे सैफी का कमेंट देखें। अब नजर आ रहा है? मैं और बड़ा कर देता हूँ यार, ये और बड़ा कर दूँ, ये देखें, अब देखें। हाँ चलो ठीक है, गलीज इंसान ने ਇਹਦੇ ਤੇ ਸਾਨੂੰ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਨਹੀਂ, ਉਹ ਤੇ ਠੀਕ ਹੋ ਗਿਆ। ਅੱਛਾ ਜੀ असद, ਤੁਸੀਂ ਜੋ ਫਰਮਾ ਰਹੇ ਹੋ ਕਿ ਬਿਲਕੁਲ ਕਿ ਹਜ਼ਰਤ ਈਸਾ अलैहिस्सलाम ਬਿਲ ਫਰਜ਼ ਮੁਰਦਾ ਸਾਬਤ ਹੋ ਜਾਂਦੇ ਨੇ। ਜਿਵੇਂ ਦੇਖੋ ਕਿ ਉਹ ਕੀ ਉਹਦਾ ਨਾਂ ਗੁਲਾਮ ਅਹਿਮਦ ਪਰਵੇਜ਼ ਹੈ, ਉਹ ਵੀ ਹਜ਼ਰਤ ਈਸਾ अलैहिस्सलाम ਨੂੰ ਮੁਰਦਾ ਮੰਨਦਾ ਹੈ, ਤੇ ਜਵੇਦ ਗਾਮਦੀ ਉਹ ਵੀ ਮੁਰਦਾ ਮੰਨਦਾ ਹੈ। ਲੇਕਿਨ ਨਾਲ ਹੀ ਨਾਲ ਗੁਲਾਮ ਅਹਿਮਦ ਪਰਵੇਜ਼ ਨੇ ਰੱਦੇ ਮਰਜ਼ਈਅਤ ਦੇ ਵਿੱਚ ਕਿਤਾਬਾਂ ਵੀ ਲਿਖੀਆਂ ਨੇ। ਹੁਣ ਉਹ ਦੱਸੋ ਉਹਨਾਂ ਕਿਤਾਬਾਂ ਦੇ ਜਵਾਬ ਕਿੱਥੋਂ ਮਿਲਨੇ ਨੇ? ਹੁਣ ਜਿਹੜੇ ਨੇ ਪਰਵੇਜ਼ੀ ਅਕੀਦੇ ਤੇ ਨਜ਼ਰੀਏ ਨਾਲ ਤਾਲੁਕ ਰੱਖਦੇ ਨੇ। ਹੁਣ ਉਹ ਏਕੇ ਸ਼ੇਖ ਹੈ, ਉਹ ਵੀ ਪਰਵੇਜ਼ੀ ਹੈ, ਉਹ ਵੀ ਵਫਾਤੇ ਮਸੀਹ ਦਾ ਕਾਇਲ ਹੈ, ਲੇਕਿਨ ਉਹ ਨਾਲ ਹੀ ਨਾਲ ਤੁਹਾਡੀ ਦੁਰਗਤ ਵੀ ਬਣਾਉਂਦਾ ਹੈ। ਉਹ ਦਿਨ ਰਾਤ ਮਿਰਜ਼ਾ ਕਾਦੀਆਨੀ ਦੀ ਤੰਬੀ ਲਾਉਂਦਾ ਹੈ। ਉਹ ਤੰਬੀ ਉੱਚੀ ਕੌਣ ਕਰੇਗਾ? ਉਹ ਵੀ ਤੇ ਦੱਸੋ ਨਾ ਸਾਨੂੰ ਭਾਈ। ਉਹ ਕਹਿੰਦੇ ਨੇ ਪਏ ਕਿ ਮਿਰਜ਼ਾ ਕਾਦੀਆਨੀ ਜ਼ਾਨੀ ਸੀ, ਸ਼ਰਾਬੀ ਸੀ, ਠੱਗ ਸੀ, ਚੋਰ ਸੀ, ਫੀਮੀ ਸੀ, ਚਰਸੀ ਸੀ, ਮਵਾਲੀ ਸੀ। ਉਹ ਇਹਨਾਂ ਦਾ ਜਵਾਬ ਕਿੱਥੋਂ ਮਿਲਣਾ ਹੈ? ਸਵਾਲ ਤੇ ਇਹ ਵੇ ਨਾ ਜੀ ਬਈ, ਹਵਾ ਇੱਧਰ ਦੀ ਟੁਰੇ ਜਾਂ ਇੱਧਰ ਦੀ ਟੁਰੇ ਜੀ, ਸਾਨੂੰ ਜ਼ਿੰਦਾ ਸਾਬਤ ਕਰਕੇ ਵਹਾਓ ਬਈ। ਇਹ ਕਿਹੜਾ ਤਰੀਕਾ ਹੈ ਬਈ? ਚੰਗੇ ਤੁਸੀਂ ਰਲੇ ਹੋ ਬਈ। ਇਸ ਅਕੀਦੇ ਤੇ ਅਸੀਂ ਤੁਹਾਡੀ ਕੋਈ 120 ਸਾਲਾਂ ਦੇ ਵਿੱਚ ਕੋਈ ਲੱਖਾਂ ਵਾਰੀ ਮਜਮੂਈ ਤੌਰ ਤੇ ਤੁਹਾਡਾ ਮੂੰਹ ਤੋੜਿਆ ਹੈ ਸਾਰੇ ਉਲਮਾ ਨੇ ਰਲ ਕੇ। ਤੇ ਉਹਦਾ ਬਣਿਆ ਕੀ ਜੇ ਮਿਰਜ਼ਾ ਕਾਦੀਆਨੀ ਤੇ ਉੱਥੇ ਦਾ ਉੱਥੇ ਖਲੋਤਾ ਹੈ, ਸ਼ਰਾਬੀ, ਜ਼ਾਨੀ, ਚੋਰ ਤੇ ਠੱਗ। ਉਹਨੂੰ ਸੱਚਾ ਕਿੱਦਣ ਸਾਬਤ ਕਰੋਗੇ? ਸਵਾਲ ਤੇ ਹੈ ਵੇ। ਨਵੀਂ ਆਈਡੀ ਆਏ ਨੇ ਜੀ, ਕੌਣ ਨੇ ਜੀ? नईम साहब। अस्सलाम वालेकुम रहमतुल्लाहि व बरकातुहू। नईम मलक नईम अवान साहब हैं उस्ताद मोहतरम, बहुत इनको वेलकम हो गया जी, खुश आमदीद हो गया जी टिकटॉक के ऊपर जी। वालेकुम अस्सलाम जी। शाह साहब अस्सलाम वालेकुम। जारसुल भाई अस्सलाम वालेकुम। शाह साहब अभी मैं आपकी बात सुन रहा था तो थोड़ा सा उसको कंटिन्यू करूंगा कि इन्होंने जो फंदा तैयार किया ना, ये सिर्फ इनके गले में ही फिट होता है। वो इस तरह के जो लोग नज़ूल मसीह के मुनकर है ना, वो नबूवत के आने, किसी नबी का आना भी नहीं मानते। वो नबी करीम के बाद किसी नबी का आना नहीं मानते। ये अगर किसी को कायल भी कर लेना कि ईसा अलैहिस्सलाम फौत हो गया, इनके गले फंदा फिर भी रहता है कि नबी आ सकता नहीं। वो कहेगा ईसा अलैहिस्सलाम की खबर है, वो नहीं आ सकते, बाकी कहाँ से आना है? ये फंदा सिर्फ इनके गले में फिट होता है, किसी और के गले में फिट नहीं होता। और जो लोग ईसा अलैहिस्सलाम का आना मानते हैं, वो उनका आना मानते हैं, वो इज़राए नबूवत नहीं मानते। वो याते मसीह उनको मानते हैं, उनको जिंदा मानते हैं। वहाँ पर इनके गले दो फंदे फिट हो जाते हैं कि एक वफात मसीह साबित करनी और फिर ईसा अलैहिस्सलाम का आना साबित करना। तो हम पंजाबी में कहा करते हैं कि इन्होंने जो फंदा तैयार किया ये इनके अपने गले में फिट होता है, किसी दूसरे के गले में वो फिट नहीं हो सकता। बिल्कुल ठीक है। अब ये देखिए कि जी 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 उस्ताद मोहतरम, मैं चंद हवाला जाता आपके गोशगुजार करता हूँ, आप ज़रा मुलाहजा करिएगा। किताब है रूहानी खज़ाइन जिल्द 3 सफ़ा 59 59। मिर्ज़ा कादियानी रकम तराज है। आने वाले मसीह के लिए हमारे सय्यदो मौला ने नबूवत शर्त नहीं ठहराई।
بلکہ صاف طور پر یہی لکھا ہے کہ وہ ایک مسلمان ہوگا، یعنی عام سا ایک مسلمان ہوئے گا۔ بھائی اب یہ دیکھنا ہے کہ قادیانی لوگ مرزا قادیانی کو جو مسیح مانتے ہیں اور آنے والا مسیح اس کو یعنی مسیح موعود کہتے ہیں، تو ہمارے سید و مولا نے تو نبوت شرط ہی نہیں ٹھہرائی، لیکن تم مرزا قادیانی کو مسیح موعود مانتے بھی ہو اور ساتھ نبی بھی مانتے ہو، جبکہ مرزا قادیانی کہتا ہے جی ہمارے سید و مولا نے نبوت شرط نہیں ٹھہرائی، بلکہ صرف عام طور پر یہی لکھا ہے کہ وہ ایک مسلمان ہوگا، سادہ سا مسلمان، عام سا مسلمان ہوگا۔ کیا تم قادیانیوں مرزا قادیانی کو ایک عام سا مسلمان مانتے ہو؟ جب یہ بات کریں تو قادیانیوں کے پاس کوئی جواب نہیں ہے۔ اب مرزا قادیانی کی زندگی کا اگر مطالعہ کریں تو مرزا قادیانی 52 سال تک 52 ایئر تک وہ اسی عقیدے کے اوپر تھا جس عقیدے کے اوپر مسلمان تھے، یعنی وہ حیات مسیح کے عقیدے کا قائل تھا، اور وہ والی قرآن کی آیتیں اور حدیثیں پڑھ پڑھ کے لوگوں کو بتاتا تھا کہ حضرت عیسیٰ علیہ السلام زندہ آسمان پر چلے گئے ہیں اور قرب قیامت میں زندہ آسمان سے نزول کریں گے، جو کہ آج عام ہم یعنی قادیانیوں کو جو دلائل پیش کرتے ہیں، یہ وہ والی عقائد دلائل ہیں جو کہ پہلے 52 سال تک مرزا قادیانی پیش کیا کرتا تھا۔ اب وہ کیا لکھتا ہے یہ پڑھ لیجئے، روحانی خزائن جلد 22 ہے، صفحہ 660 ہے۔ مرزا قادیانی کہتا ہے فَمِن سُوءِ الْأَدَبِ أَن يُقَالَ إِنَّ عِیسیٰ مَا مَاتَ، کہ یہ سوء ادب سے ہے کہ کوئی یہ کہے کہ عیسیٰ فوت نہیں ہوئے، وَإِنْ هُوَ إِلَّا شِرْكٌ عَظِيمٌ، کہ اے تے بڑا بڑا شرک عظیم ہے، شرک ہے۔ اب قادیانیوں سے ہمارا یہ سوال ہے کہ مرزا قادیانی جن دنوں حیات مسیح کا قائل تھا اور یہ کہتا تھا کہ ان عیسیٰ ما ماتا، کہ بے شک عیسیٰ نہیں فوت ہوئے، وہ یہ کہا کرتا تھا، تو آیا ان دنوں مرزا قادیانی مشرک تھا کہ نہیں تھا؟ کیونکہ مرزا قادیانی نے یہ کہا ہے کہ فَمِن سُوءِ الْأَدَبِ أَن يُقَالَ إِنَّ عِیسیٰ مَا مَاتَ وَإِنْ هُوَ إِلَّا شِرْكٌ عَظِيمٌ۔ اب قادیانی یہاں پر کوئی جواب نہیں ہے۔ بھائی سوال صرف تم نہیں کرنے ہیں، ہم نہیں کر رہے ہیں سوال، اور ہمارے سوالوں کے جواب کب ملیں گے؟ کون دے گا؟ کون سا قادیانی ہے جو ہمارے سوال آج تک اس کا جواب تو ملا کو نہیں ہے۔ یہاں ایک اور حوالہ میں پیش کرتا ہوں، روحانی خزائن جلد 3 صفحہ 249 ہے۔ مرزا قادیانی کہتا ہے اور ابن مریم جو آنے والا ہے کوئی نبی نہیں ہوگا بلکہ فقط امتی لوگوں میں سے ایک شخص ہوگا۔ اب بتاؤ، میں نے 2 حوالے پیش کر دیے ہیں۔ مرزا قادیانی کہتا ہے کہ آنے والا مسیح اور ابن مریم جو ہے وہ نبی نہیں ہوئے گا، ایک عام سا سادہ سا مسلمان اور امتی ہوئے گا۔ تو تم مرزا قادیانی کو ابن مریم بھی مانتے ہو، تم مسیح بھی مانتے ہو، ساتھ اس کو نبی بھی مانتے ہو، بتاؤ یہ کیا تضاد ہے؟ کیا یہ کھلا تضاد نہیں ہے؟ یہ تو ہم نے حیات مسیح کے اوپر چند باتیں کی ہیں۔ اب جب بات کرتے ہیں مرزا قادیانی کی ذات اور کردار کی، تو اس کے لیے چند تمہیدی کلمات آپ سماعت فرمائیے کہ دیکھیے کہ تم مانتے ہو مرزا قادیانی کو نبی، وہ نبی ہے یا نہیں ہے وہ ایک الگ ایشو ہے، وہ ایک الگ سوال ہے۔ اب دیکھنا یہ ہے کہ نبی کا نبوت کا معیار کیا ہوتا ہے۔ نبوت کا معیار یہ ہے کہ نبی عالم صلی اللہ علیہ وسلم جس کا مرزا قادیانی کہتا ہے میں مسیل ہوں، یعنی محمد کا مسیل ہوں، مسیل محمد ہوں، اور من فرق بینی و بین المصطفیٰ، جس نے مجھ میں اور مصطفیٰ کے اندر فرق کیا اس نے مجھے پہچانا ہی نہیں اور نہ ہی مصطفیٰ کو پہچانا، اور میں ہی محمد ہوں، میری بعثت ثانی ہوئی ہے، میں دوسری مرتبہ دنیا میں آیا ہوں۔
تو وہ پہلی بیست کی میں بات کر رہا ہوں بقول قادیانیوں کے. بھائی یہ مسلمانوں کا عقیدہ نہیں ہے, مسلمانوں کے نزدیک یہ 295 سی ہے, ٹھیک ہے. میں قادیانیوں کا عقیدہ بھی بیان کر. تو پہلی بیست کے اندر محمد صلی اللہ علیہ وسلم جب اعلان نبوت کرنے کے لیے وہ پہاڑی کے اوپر کھڑے ہوتے ہیں تو لوگوں کو اکٹھا کر لیتے ہیں اور آتے سے ہی وہ جناب نبوت کا دعویٰ نہیں پیش کر دیتے اپنا, نہیں, سب سے پہلے اپنے کریکٹر پیش کرتے ہیں لوگوں کے سامنے. کہتے ہیں لوگوں میں تمہارے اندر زندگی بسر کی ہے, تم نے مجھے کیسا جانا. لوگ کہتے ہیں آپ بہت شریف انسان ہیں, بہت اچھے انسان ہیں, ہم آپ کے پاس اپنی ایمانتیں رکھواتے ہیں, آپ نے کبھی بدنگاہی نہیں کی, آنکھیں نیچی رکھتے ہیں, شرم و حیا کے پیکر ہیں آپ. حضور علیہ الصلوۃ والسلام نے ارشاد فرمایا کہ اگر میں کہوں کہ پہاڑی کے پیچھے سے ایک لشکر تمہارے اوپر ٹوٹ رہا ہے تو کیا تم میری بات کے اوپر یقین کر لو گے؟ لوگوں نے کہا کیوں نہیں کریں گے, ہم فوری مان لیں گے, کیونکہ آپ صادق ہیں, آپ سچے ہیں, آپ جھوٹ کبھی نہیں بولتے, ہم نے کبھی نہیں دیکھا کہ آپ نے جھوٹ بولا ہو. اس کے بعد جب اپنی شخصیت کو منوا لیا تو بعد میں اعلان کیا کہ دیکھو لوگوں, لا الہ الا اللہ, اللہ کے سوا کوئی معبود نہیں, اور آنا رسول ہوں, اور میں اس کا رسول. اعلان تو بعد میں کیا, پہلے شخصیت, پہلے بابے کی ذات, شخصیت پہلے, عقیدہ بعد میں. شخصیت پہلے, کردار پہلے, کریکٹر پہلے, اعتقادات بعد میں, دعویٰ جات بعد میں, سارے رولے بعد چوں. تو ہم ایک اصولی سی بات کر رہے ہیں قادیانیوں سے کہ جس کو تم کہتے ہو کہ پہلی بیست, تو پہلی بیست کا معاملہ یہ تھا کہ جو میں نے ابھی بتایا. تو اب عجیب سا معاملہ جی, دوسری بیست کے اندر وہ پہلی بیست والا صاحب اب نہیں چلنا, اب قاعدہ کلیہ بدل گئے. میں بار بار کہہ رہا ہوں یہ قادیانیوں کا عقیدہ میں بیان کر رہا ہوں, یہ مسلمانوں والا عقیدہ اور زبان میں پیش نہیں کر رہا. کوئی بات میرے تے فتویٰ نہ لا دیا جائے, ہم تو اس کو کفر مانتے ہیں. ہمارے نزدیک تو یہ 295 سی ہی ہے, سیدھی. تو گزارا یہ ہے کہ اس قاعدے کلیے کے اوپر عمل کرو بھائی, پہلے مرزے کے کریکٹر کے اوپر بات کرو. اور جب کریکٹر کی بات آتی ہے وہ یہ تمہیں بھی پتہ ہے کہ مرزا شرابی تھا, مرزا زانی تھا, جو فراڈیاں پوری زندگی وہ کرتا رہے. او بھائی حیات و وفات مسیح کا مرزے سے تعلق کیا ہے, بتاؤ تو صحیح نا کم از کم. وہ قادیانیوں نے آج تک ہمیں بتایا ہی نہیں ہے. ویسے کہتے ہیں 120 سال ہو گئے نا جی, اسی جواب ہی دے آ رہے ہیں, یعنی جواب ہی سمجھو جی, جواب ہی سمجھو جی. انج دے جواب تو دیتے ہیں 120 سالوں تو. جبکہ مرزا قادیانی نے تو کہا تھا تمہارے بارے میں روحانی خزائن جلد 20 صفحہ 409 کے اوپر کہ خدا تعالیٰ نے مجھے بار بار خبر دی ہے کہ وہ مجھے بہت عظمت دے گا اور میری محبت دلوں میں بٹھائے گا اور میرے سلسلہ کو تمام زمین میں پھیلائے گا اور سب فرقوں پر میرے فرقہ کو غالب کرے گا, اور میرے فرقہ کے لوگ اس قدر علم اور معرفت میں کمال حاصل کریں گے کہ اپنی سچائی کے نور اور اپنے دلائل اور نشانوں کی روح سے سب کا منہ بند کر دیں گے. وہ سچائی دے نور تے دلائل تے نشان وہ کتنے بڑھ گئے بھائی؟ سانو تے اج تک نظر نہیں آئے سوائے گالاں تو تے بد کلامی تو. تے رہی گل ہے کہ تمام فرقیاں دے تے غالب تے کیفیت ہے وے کہ جناب پہلے تسی غالب آئے سو او دے تے پال ٹاک دے اوتے, اج تو 25 سال پہلے دی گل سنان لگا وا, ادو تسی غالب آ گئے سو تے جدوں ماشاءاللہ ساڈی اینٹری ہوندی ہے تے اتھوں تسی دوڑ گئے تے پھر تسی غالب آ گئے جناب فیس بک دے اوتے
ਤੇ ਫੇਸਬੁੱਕ ਦੇ ਉੱਤੇ ਵੀ ਇਹਨਾਂ ਮੌਲਵੀਆਂ ਨੇ ਰਲ ਕੇ ਤੁਹਾਡੀ ਦੁਰਗਤ ਬਣਾਈ ਤੇ ਤੁਸੀਂ ਉੱਥੋਂ ਦੌੜੇ, ਤੇ ਫਿਰ ਤੁਸੀਂ ਗਾਲਬ ਆ ਗਏ ਜਨਾਬ YouTube ਦੇ ਉੱਤੇ, ਤੇ ਉੱਥੇ ਵੀ ਮੌਲਵੀ ਤੁਹਾਨੂੰ ਪੈ ਗਏ ਤੇ ਤੁਸੀਂ ਉੱਥੋਂ ਵੀ ਦੌੜੇ, ਤੇ ਫਿਰ ਪਹੁੰਚ ਗਏ ਜਨਾਬ ਤੁਸੀਂ WhatsApp ਦੇ ਉੱਤੇ, ਤੇ WhatsApp ਦੇ ਉੱਤੇ ਵੀ ਮਾਸ਼ਾਅੱਲਾ ਤੁਹਾਡੀ ਦੁਰਗਤ ਉਹ ਬਣੀ ਕਿ ਰੇ ਰੱਬ ਦਾ ਨਾਂ, ਤੇ ਤੁਸੀਂ ਦੌੜੇ ਹੋ ਫਿਰ ਜਨਾਬ ਟਵਿੱਟਰ ਦੇ ਉੱਤੇ ਸਪੇਸਾਂ ਤੇ ਉੱਥੇ ਵੀ ਮਾਸ਼ਾਅੱਲਾ ਮੌਲਵੀ ਤੁਹਾਨੂੰ ਟੱਕਰ ਪਏ ਤੇ ਉੱਥੇ ਵੀ ਦੁਰਗਤ ਬਣੀ ਤੁਹਾਡੀ। ਤੇ ਹੁਣ ਤੁਹਾਡਾ ਗਲਬਾ ਸੀ ਅੱਜ ਤੋਂ 3-4 ਮਹੀਨੇ ਪਹਿਲੇ ਜਨਾਬ ਟਿਕਟਾਕ ਦੇ ਉੱਤੇ ਜਿੱਦਣ ਅਸੀਂ ਆਏ ਸਾਂ, ਤੇ ਤੁਹਾਡੀ ਇੱਕ ਬਰਾੜ 500-500 700 ਤੇ 1000 ਤੱਕ ਪਹੁੰਚੀ ਹੋਈ ਸੀ ਹੈ, ਤੇ ਅੱਜ ਤੁਹਾਡੇ ਉੱਥੇ 4 ਕੁੱਤੇ ਵੀ ਨਹੀਂ ਲੱਭਦੇ ਐ, ਤੁਸੀਂ ਹੁਣ ਟਿਕਟਾਕ ਤੋਂ ਵੀ ਦੌੜ ਗਏ। ਇਹ ਤੇ ਤੁਹਾਡਾ ਗਲਬਾ ਹੈ ਜੀ, ਸਭ ਫਿਰਕਾਂ ਦੇ ਉੱਤੇ ਗਾਲਬ। ਕਿਹੜੇ ਦਿਨ ਗਾਲਬ ਆਣਾ ਜੇ ਭਾਈ, ਉਹ ਵੀ ਤੇ ਸਾਨੂੰ ਦੱਸੋ ਨਾ ਕੁਝ, ਕਿ ਟਾਈਮ ਕਿਆਮਤ ਤੱਕ ਹੈ। ਉਹ ਜਿਵੇਂ ਮਿਰਜ਼ਾ ਜੂਨੀਅਰ ਜੇਲਮੀ ਕਹਿੰਦਾ ਜੇ ਪਿਆ ਕਿ ਕਿਆਮਤ ਤੱਕ ਇੰਤਜ਼ਾਰ ਕਰਨਾ ਪਏਗਾ ਗਲਬੇ ਦਾ। ਗਲਬਾ ਕਿੱਦਾਂ ਆਣਾ ਹੈ ਉਹ ਦੱਸੋ ਨਾ ਸਾਨੂੰ। ਤੁਹਾਡੀ ਤੇ ਹਾਲਤ ਯਹੂਦੀਆਂ ਵਾਲੀ ਹਾਲਤ ਹੈ ਕਿ ਯਹੂਦੀ ਜਨਾਬ ਅੱਜ ਤੋਂ 500 ਸਾਲ ਪਹਿਲੇ, ਬਲਕਿ ਇਸ ਤੋਂ ਵੀ ਪਹਿਲੇ, ਉਹਨਾਂ ਦੀ ਹਾਲਤ ਐ ਸੀ ਕਿ ਜਿਹੜੇ ਮੁਲਕ 'ਚ ਜਾਂਦੇ ਸਨ ਜੁੱਲੀ ਬਿਸਤਰਾ ਲੈ ਕੇ, ਤੇ ਉਸ ਮੁਲਕ ਦੇ ਵਿੱਚ ਉਹਨਾਂ ਦੀ ਦੁਰਗਤ ਬਣਦੀ ਸੀ ਤੇ ਲੋਕੀ ਠੁੱਡੇ ਤੇ ਮੁੱਕੇ ਮਾਰ ਕੇ ਉਹਨਾਂ ਨੂੰ ਕੱਢ ਦਿੰਦੇ ਸਨ, ਨੱਸ ਜੋ ਇੱਥੋਂ। ਇਹਨਾਂ ਨੇ ਜਾਣਾ ਦੂਜੇ ਮੁਲਕ 'ਚ ਤੇ ਉੱਥੇ ਜੁੱਲੀ ਬਿਸਤਰਾ ਲਾਣਾ ਤੇ ਜਨਾਬ ਉਹਨਾਂ ਨੂੰ ਦੁਰਗਤ ਬਣਾ ਕੇ ਉਹਨਾਂ ਦੀ ਕੱਢ ਦੇਣਾ। ਮੁਲਕ ਯਹੂਦੀ ਘੁੰਮਦੇ ਰਹੇ, ਕਿਧਰੇ ਬਸੇਰਾ ਨਹੀਂ, 2 ਇੰਚ ਜ਼ਮੀਨ ਦੇ ਮਾਲਕ ਨਹੀਂ। ਇਹਨਾਂ ਦੇ ਫਿਰ ਜਿਹੜੇ ਸਨ ਸਰਗੁਣਾ ਇਹਨਾਂ ਦੇ ਲੀਡਰਾਂ ਰੱਬੀ, ਉਹ ਸਿਰ ਜੋੜ ਕੇ ਬੈਠੇ। ਇਹਨਾਂ ਨੇ ਕਿਹਾ ਯਾਰ ਸਾਡੀਆਂ ਤੇ ਇੰਜ ਨਸਲ ਕੁਸ਼ੀ ਹੋ ਜਾਣੀ ਹੈ, ਹਜੇ ਹੁਣ ਹਿਟਲਰ ਨੇ ਸਾਡੀ ਤੇ ਨਸਲ ਹੀ ਮੁਕਾ ਛੱਡਣ ਲੱਗਾ ਸੀ। ਉਹਨੇ 2-4 ਬੰਦੇ ਛੱਡੇ ਸਨ, ਉਹਨੇ ਇਹ ਕਹਿ ਕੇ ਛੱਡੇ ਸਨ ਕਿ ਮੈਂ 2-4 ਯਹੂਦੀ ਤਾਂ ਛੱਡਣਾ ਪਿਆ ਕਿ ਆਉਣ ਵਾਲੀਆਂ ਨਸਲਾਂ ਮੈਨੂੰ ਮਲਾਮਤ ਨਾ ਕਰਨ। ਉਹ ਇਹਨਾਂ ਦਾ ਕਰੈਕਟਰ ਵੇਖ ਕੇ ਆਪੇ ਹੀ ਮੈਨੂੰ ਸੱਚਾ ਕਹਿਣਗੇ ਕਿ ਬਈ ਬਾਕੀ ਹਿਟਲਰ ਨੇ ਸਹੀ ਕੀਤਾ ਸੀ ਇਹਨਾਂ ਦੇ ਨਾਲ। ਤੇ ਇਹਨਾਂ ਦੇ ਫਿਰ ਉਸ ਰੱਬੀ ਸਿਰ ਜੋੜ ਕੇ ਬੈਠੇ ਯਾਰ ਕਿਸੇ ਤਰੀਕੇ ਕੋਈ ਡਰਾਮਾ ਕਰੋ, ਨਹੀਂ ਤੇ ਸਾਡੀਆਂ ਨਸਲਾਂ ਮੁੱਕਦੀਆਂ ਜੇ ਪਈਆਂ। ਤੇ ਇਹਨਾਂ ਨੇ ਫਲਸਤੀਨ ਦੀ ਫਿਰ ਉਹ ਜਗ੍ਹਾ ਦੇ ਕਬਜ਼ਾ ਕੀਤਾ ਜਿਹਨੂੰ ਮੌਜੂਦਾ ਇਹਨਾਂ ਨੇ ਇਸਰਾਈਲ ਦਾ ਨਾਮ ਦਿੱਤਾ। ਅਸਲ ਦੇ ਵਿੱਚ ਉਹ ਮਕਬੂਜ਼ਾ ਫਲਸਤੀਨ ਦਾ ਏਰੀਆ, ਜਿਵੇਂ ਕਸ਼ਮੀਰ ਮਕਬੂਜ਼ਾ ਵੇ ਇੰਡੀਆ ਦਾ, ਇੰਡੀਆ ਨੇ ਕਬਜ਼ਾ ਕੀਤਾ ਹੈ ਉਹਦੇ ਤੇ ਇੰਝ ਹੀ ਮਤਲਬ ਹੈ ਵੇ ਕਿ ਇਹਨਾਂ ਨੇ ਫਲਸਤੀਨ ਦਾ ਮੁਸਲਮਾਨਾਂ ਦਾ ਏਰੀਆ ਉਹਦੇ ਉੱਤੇ ਕਬਜ਼ਾ ਕਰਕੇ ਤੇ ਬਹਿ ਗਏ ਜਨਾਬ। ਤੇ ਇਹ ਹਾਲ ਹੈ ਤੁਹਾਡਾ ਕਿ 2 ਇੰਚ ਜ਼ਮੀਨ ਦੇ ਮਾਲਕ ਨਹੀਂ ਤੁਸੀਂ ਪੂਰੀ ਵਰਲਡ ਦੇ ਵਿੱਚ। ਅਗਰ ਪੂਰੀ ਵਰਲਡ ਦੇ ਵਿੱਚ 2 ਇੰਚ ਦੇ ਜ਼ਮੀਨ ਦੇ ਵੀ ਮਾਲਕ ਕਿਧਰੇ ਹੈ ਉਹ ਤਾਂ ਦੱਸੋ ਮਰਜ਼ਈਓ, ਕਿਹੜੀ ਜਗ੍ਹਾ ਤੇ ਤੁਹਾਡਾ ਗਲਬਾ ਹੈ। सब फिरकों पर गालब मेरा फिरका हो जाएगा तो अल्लाह कर देगा, खुदा ने मुझे ये खबर दी है। वो खबर केड़े दिन पूरी होनी है भाई, सच्ची केड़े दिन होनी है सानू भी तो दसो ना। ते ओ इलम ते मारफत दे कमाल किधर गया, ते सच्चाई दा नूर ते दलाइल ते निशाना दी रूह वो किधर गई भाई, जेड़ा तू दा मुंह सानू सब कुछ बहा के साडे मुंह बंद करने सन। जबकि ये मुखालफ है असी वेखिया वे कि तुसी गालां कढ़ के साडा मुंह बंद कर दिओ पे है। कल परसों की भी गल है, हुसैनी साहब की बराड़ के उत्ते भी मुरब्बी है जिहड़ा वे सलीम मीर माइंड रोस्टर आया सी ID बदल के, उन्हें वो बड़ी गाल कड्डी भाई, बड़े दलाइल ते निशान ते सच्चाई दे नूर वहाए ते इलम और मारफत दा कमाल वहाया। उन्हें फिर उन्हें साडा मुंह बंद कर दिता सी। चुप हो के अमन नज़ीर साहब ते मैं बस फिर चुप ही हो गए, फिर मुंह बंद कर दिता ना उन्हें। यह तो औकात है तुहाडी। चलो जी मेरी गल खत्म हुई है जनाब। अच्छा जी जी सदर मोहतरम, ये डॉन है कोई क्या नाम है इनका जी? अपना माइक अनम्यूट कीजिएगा भाई, बात कर लें। NK कोई डॉन है कोई? जी डॉन साहब।
चलेंगे। शुएब भाई ऊपर आ जाएं, शुएब भाई कुछ बात करना चाह रहे थे। शुएब भाई ऊपर आ जाएं। अच्छा, अस्सलाम वालेकुम रहमतुल्लाहि व बरकातुहू। वालेकुम सलाम। अच्छा, मैं एक अर्ज करनी सी उस्मान भाई ਤੁਹਾਡੇ ਅੱਗੇ ਸ਼ੁਏਬ ਮੰਸ਼ਾ ਨੂੰ ਕਾਲ ਦੇ ਉੱਤੇ ਨਾ ਲਿਓ, ਠੀਕ ਹੈ, ਔਰ ਬਕਾਇਦਾ ਮੁਫਤੀ ਸਾਹਿਬ ਜਿਹੜੀ ਮਾਸ਼ਾਅੱਲਾ ਗੱਲ ਤੇ ਕਰਦੇ ਨੇ ਰਤੇ ਕਾਦੀਆਨੀਅਤ ਦੇ ਉੱਤੇ, ਇਹਦੇ ਉੱਤੇ ਹੀ ਅਸੀਂ ਗੱਲ ਕਰਨੇ ਆ ਤੇ ਮਿਹਰਬਾਨੀ ਹੈ, ਮੇਰਾ ਨਾਕਸ ਮਸ਼ਵਰਾ ਹੈ। ठीक हो गया जी। ਤੇ ਆਓ ਭਾਈ ਕੋਈ ਕਾਦੀਆਨੀ ਤੇ ਮਰਜ਼ਈ ਆਓ ਭਾਈ, ਕੋਈ ਗੱਲਬਾਤ ਕਰੀਏ, ਕੋਈ ਬਈਏ ਖਲੋਈਏ, ਕੋਈ ਤਬਲੀਗ ਕਰੋ ਯਾਰ ਸਾਨੂੰ ਵੀ ਕੋਈ। ਉਂਝ ਤੇ ਤੁਸੀਂ ਬੜੀਆਂ ਹਾਂਜੀ ਮੁਫਤੀ ਸਾਹਿਬ ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਪਹਿਲੇ ਤੁਸੀਂ ਵੀ ਦੇਖਿਆ ਸੀ ਕਿ ਇਹਨਾਂ ਨੇ ਇੰਨੇ ਬੰਦੇ ਬਿਠਾਏ ਦੇ ਸੀ ਆਪਣੀ ਲਾਈਵਾਂ ਤੇ, ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਸਨ ਤੇ ਜਨਾਬ ਜੀ ਕਿ ਅਸੀਂ ਤੇ ਬੜੇ ਸੱਚੇ ਲੋਕ ਹਾਂ ਔਰ ਮੌਲਵੀ ਝੂਠ ਬੋਲਦੇ ਨੇ ਤੇ ਮੁਫਤੀਆਂ ਨੇ ਕਰਾਮ ਨੇ ਉਲਮਾ ਕਰਾਮ ਨੇ ਇਹ ਕਹਿਤਾ। ਇਹ ਮਲਕ ਬੈਠਾ ਜੇ, ਇਹ ਮਲਕ ਹੀ ਮੈਨੂੰ ਟਿਕਟਾਕ ਤੇ ਲੈ ਕੇ ਆਇਆ ਜੀ। ਇਹ ਮਲਕ ਜੀ ਬਿਲਕੁਲ ਬਿਲਕੁਲ। ਤੁਸੀਂ ਉਹੀ ਮੈਨੂੰ ਸਕਰੀਨ ਸ਼ਾਟ ਤੇ ਵੀਡੀਓ ਭੇਜਦੇ ਸੋ ਕਿ ਦੇਖੋ ਜੀ ਕਾਦੀਆਨੀਆਂ ਦੀਆਂ ਬਰਾਡਾਂ ਏਡੀਆਂ ਲੰਬੀਆਂ ਚੌੜੀਆਂ ਹੋ ਰਹੀਆਂ ਜੇ, ਸ਼ਾਹ ਜੀ ਆਓ ਇੰਝ ਹੀ ਹੈ ਜੀ ਜੀ ਬਿਲਕੁਲ ਬਿਲकुल। ਇਹ ਮੈਂ ਜਿਹੜੀ ਗੱਲ ਕਹੀ ਹੈ ਕਿ ਭਾਈ 500 ਤੇ 1000 ਬੰਦਾ ਇਹਨਾਂ ਦੀਆਂ ਬਰਾਡਾਂ ਤੇ ਬੈਠਾ ਹੁੰਦਾ ਸੀ, ਇੰਝ ਹੀ ਹੈ ਜੀ ਬਿਲकुल। ਮਿਰਜ਼ਾ ਮਸਰੂਰ ਕਰਦਾ ਹੁੰਦਾ ਸੀ ਵੱਡੀਆਂ ਵੱਡੀਆਂ ਬਰਾਡਾਂ, ਇੰਝ ਹੀ ਹੈ ਬਿਲਕੁਲ ਇੰਝ ਹੀ ਗੱਲ ਹੈ। ਅੱਜ ਜਿੱਦਣ ਦੇ ਅਸੀਂ ਆਏ ਆ ਮੈਂ ਤੇ ਇੱਕ ਦਿਨ ਨਹੀਂ ਜੇ ਵੇਖਿਆ ਮਿਰਜ਼ਾ ਮਸਰੂਰ ਨੂੰ ਕਿਸੇ ਬਰਾੜ ਤੇ, ਉਹ ਦੌੜ ਹੀ ਗਿਆ, ਤਿੱਤਰ ਹੀ ਹੋ ਗਿਆ, ਨਸ ਗਏ ਨੇ। ਬਿਲਕੁਲ ਇਹੀ ਗੱਲ ਹੈ, ਇਹੀ ਤੇ ਮੈਂ ਕਹਿਣ ਲੱਗਾ ਹਾਂ ਕਿ ਇਹਨਾਂ ਦੇ ਵਿੱਚ ਤੇ ਇੰਨੀ ਕੁ ਔਕਾਤ ਹੈ ਕਿ ਇਹ ਜਿਨ੍ਹਾਂ ਬੰਦਿਆਂ ਨੂੰ ਇਲਮ ਨਹੀਂ ਸੀ ਨਾ, ਉਹਨਾਂ ਦੇ ਸਾਹਮਣੇ ਬਹਿ ਕੇ ਇਹ ਰੌਲਾ ਪਾ ਰਹੇ ਹੁੰਦੇ ਸਨ ਕਿ ਜਨਾਬ ਜੀ ਕਿ ਆਓ ਆ ਕੇ ਸਾਨੂੰ ਜਵਾਬ ਦਿਓ। ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਨਾ ਕਿਤਾਬਾਂ ਮਿਰਜ਼ੇ ਦੀਆਂ ਪੜ੍ਹੀ ਦੀਆਂ ਨੇ, ਉਹ ਦੁਨੀਆਦਾਰ ਲੋਕ ਨੇ, ਉਹਨਾਂ ਨੂੰ ਨਹੀਂ ਪਤਾ। ਤੇ ਜਿਸ ਟਾਈਮ ਤੁਹਾਡੀ ਐਂਟਰੀ ਹੋਈ ਉਹਨਾਂ ਨੇ ਕਿਹਾ ਲੈ ਅਸੀਂ ਤੇ ਅੱਗੇ ਜੁੱਤੀਆਂ ਖਾ ਕੇ YouTube ਤੋਂ ਨਸੇ ਆ, ਪਾਕਟਾਲ ਤੋਂ ਨਸੇ ਆ, WhatsApp ਤੋਂ ਨਸੇ ਆ, ਇਹਨੂੰ ਇੱਥੇ ਕਿਹੜੇ ਬੰਦੇ ਨੇ ਲੈ ਆਂਦਾ। ਉਹਨਾਂ ਨੇ ਕਿਹਾ ਨਹੀਂ ਭਾਈ ਹੁਣ ਕੋਈ ਨਵੀਂ ਚੀਜ਼ ਲੱਭੋ। ਹੁਣ ਉਹ ਇੰਸਟਾਗ੍ਰਾਮ ਦੇ ਉੱਤੇ ਵੀ ਜਿਹੜਾ ਨਾ ਕੋਸ਼ਿਸ਼ ਕਰਦੇ ਨੇ, ਤੇ ਕੋਈ ਗੱਲ ਨਹੀਂ ਅਸੀਂ ਇੰਸਟਾਗ੍ਰਾਮ ਤੇ ਵੀ ਟੁਰ ਜਾਾਂਗੇ, ਕਰਨਾ ਤੇ ਅਸੀਂ ਖਤਮ ਨਬੂਵਤ ਦਾ ਹੀ ਕੰਮ ਹੈ, ਇਹਨਾਂ ਨੂੰ ਨਹੀਂ ਅਸੀਂ ਠੀਕ ਹੋਣਾ, ਆਖਰੀ मोहतरम ਇਹਨਾਂ ਨੂੰ ठीक कराएंगे। जी जी। मिर्जा मसरूर आ गया था व्हाट्सएप पे, फिर उसके साथ डिबेट हुई और छितर उसने खाए और आपने उसको अपलोड भी किया, दिमाग उसका हो गया था पागल एक ही बार बात करने में। अच्छा, एक हफ्ते पहले मैंने देखा है उसको ब्रॉड करते हुए और उन्होंने लगाया होता है बूस्टर, और बूस्टर बैठा बंदा नीचे 20 है तो 200 शो हो रहा होता है। अच्छा, वो मैं चला गया उधर, मैं चला गया, अच्छा कहते आका का गुलाम, अच्छा ये, अच्छा कहते मुझे उसने मैं बोला यहाँ भी तो कहता है ये उस्मान हो, साथ उसने मुझे नीचे उतार दिया, कहते नहीं इन्होंने नहीं लेना, इन्होंने नहीं लेना, बाकी लो जी। देखें कि ये हाल है इनके कि भाई इधर तो तुम कहते हो 200 बंदा हम सुना रहे, 200 बंदों को कादियान ने पहुंचा रहे, एक बंदा तुम ऊपर लो काल पे बात कर लो। रुकी जरा, मैंने गल याद आई है, लो भाई सारे सुनने वाले रिकॉर्डिंग भी चल रही है साडे YouTube ਦੇ ਚੈਨਲ ਖਤਮੇ ਨਬੂਵਤ ਟਾਈਮ ਦੇ ਉੱਤੇ ਅਪਲੋਡ ਵੀ ਹੋ ਜਾਏਗੀ। ਤੁਸੀਂ ਕਮੈਂਟ ਕਰਕੇ ਦੱਸਣਾ, ਹੁਣ ਵੀ ਕਮੈਂਟ ਕਰੋ ਤੇ YouTube ਤੇ ਵੀ ਕਮੈਂਟ ਕਰਨਾ ਜੇ ਕਿ ਕਦੀ ਤੁਸੀਂ ਵੇਖਿਆ ਹੋਵੇ ਕਿ ਅਸੀਂ ਕਿਸੇ ਕਾਦੀਆਨੀ ਦੇ ਬਾਰੇ ਕਿਹਾ ਹੋਵੇ ਇਹਨੂੰ ਲਾ ਦਿਓ ਥੱਲੇ ਲਾ ਦਿਓ, ਅਸੀਂ ਨਹੀਂ ਇਹਦੇ ਨਾਲ ਗੱਲ ਕਰਨੀ। ਚਲੋ ਭਾਈ ਕਮੈਂਟ ਕਰੋ ਜ਼ਰਾ, ਇੱਕ ਦੋ ਜ਼ਰਾ, ਇਹ ਗੋ ਤੇ ਇਹ ਮੈਦਾਨ। ਕਦੀ ਹੋ ਸਕਦਾ ਮੁਬਸ਼ਰ ਸ਼ਾਹ ਕਦੀ ਭੁੱਲ ਗਿਆ ਹੋਵੇ, ਮੈਂ ਗੱਪ ਮਾਰਦਿਆ ਹਾਂ। ਇਹ ਪਹਿਲਾ ਕਮੈਂਟ ਆ ਗਿਆ ਜੀ ਬਿਲਕੁਲ ਨਹੀਂ, ਦੂਜਾ ਵੀ ਆ ਗਿਆ ਜੀ ਨੋ, ਉਹ ਤੀਜਾ ਵੀ ਆ ਗਿਆ ਜੀ, ਉਹ ਚੌਥਾ ਵੀ ਆ ਗਿਆ ਜੀ। ਚਲੋ 4 ਗੋਈਆਂ ਤੇ ਬੜੀਆਂ ਨੇ ਭਾਈ, 5 ਹੋ ਗਈਆਂ। ਗੱਲ ਐ ਸੀ ਤੇ ਲੱਭਨੇ ਆ, ਅਸੀਂ ਸ਼ਿਕਾਰੀ ਲੋਕ ਆ ਭਾਈ, ਅਸੀਂ ਸ਼ਿਕਾਰ ਦੀ ਤਾੜ ਦੇ ਵਿੱਚ ਰਹਿੰਦੇ ਆ, ਕਿਧਰੋਂ ਲੱਭੇ ਸਹੀ ਕੋਈ ਕਾਦੀਆਨੀ। ਬਲਕਿ ਅਸੀਂ ਤੇ ਕਿਸੇ ਦੁਨੀਆ ਦੀ ਬਰਾੜ ਦੇ ਉੱਤੇ ਅਸੀਂ ਲੱਭਦੇ ਹੁੰਦੇ ਆ ਕਿ ਜਨਾਬ ਕੋਈ ਕਾਦੀਆਨੀ ਕਿਧਰੇ ਬੈਠਾ ਹੈ ਕਿ ਨਹੀਂ ਬੈਠਾ ਯਾਰ, ਤੇ ਇਹਨੂੰ ਫੜੋ ਜਾ ਕੇ, ਇਹਨੂੰ ਨੱਪੋ। ਇਹ ਪੁੱਤਰ ਕਾਦੀਆਨੀਓ ਤੁਸੀਂ ਹੋਈ ਹੋ, ਦੌੜਦੇ ਹੋ ਹੈ। ਹਜੇ ਹੁਣ ਤੁਹਾਨੂੰ ਤੁਹਾਡੇ ਵਾਲਦੇ ਗ੍ਰਾਮੀ ਦੀ, ਮੈਂ ਰੂਹਾਨੀ ਵਾਲਦੇ ਗ੍ਰਾਮੀ ਦੀ ਸੁਣਾਈ ਇਹ ਕਹਾਣੀ, रूहानी खज़ाइन जिल्द 20 ते सफ़ा 409। खुदा ताला ने मुझे बार बार आए है बार बार एक करी भी नहीं बार बार खबर दी है
कि वो मुझे बहुत अजमत देगा। बल्ले भाई अजमत तुहाडियां, हैं जी, और मेरी मुहब्बत दिलों में बिठाएगा। लख दी लानत है भाई, हर बंदा ते तुहानू गालां कड्डदा पिया, लित्तर फेरदा पिया। मुहब्बत है, ये चंगी मुहब्बत है भाई, और मेरे सिलसिला को तमाम जमीन में फैलाएगा। लो भाई, केड़ी जगह ते फैले हो भाई, सानू ते कोई नजर नहीं आउंदे पे है। और सब फिरकों पर मेरे फिरका को गालब कर दे। लो नवी सुन लो जी, गालब हो गए जी जनाब। और मेरे फिरका के लोग इस कदर इल्म और मार्फत में कमाल हासिल करेंगे कि अपनी सच्चाई के नूर, अपने दलाइल और निशानों की रूह से सब का मुंह बंद कर देंगे। लो ए हो गया जी मुंह बंद, विंदियो पे दलाइल कर दियो, कर दियो, कर दियो, इनू निकालते लेना ना 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 ना, नहीं नहीं, इनू नहीं, कर दियो, कर दियो, कर दियो, थले ला दियो, थले ला दियो, थले ला दियो। चंगी गल है यार। हाँ, असी भी बसाओ का इंज हुंदा है कि असी कह देने होने हैं कि यार इनू थले ला दे। असी किनू कहने हैं कि बीबियां भैनां बैठियां ने साडी बराड़ ते आके गंदी गंदी गालां जदों कड्डणगे ते ओ मिर्ज़े कादियानी दी किताबां दी तिलावत करनगे ते ओ फिर असी भी कदी कदी कह दिंदे यार उस्मान ला दे यार इनू, बक बक लगा ही करन। उदों बंदा मजबूर ही इन्ना हो जाता है कि हुण ओ अपनी घर दी जिहड़ी तलीम है वो आके सुना रहा हुंदा है। ते कदी नहीं ऐसा होया कि किसी कादियानी नूं असी जिहड़ा वे ये जिहड़ा सही बंदे दा बच्चा है या गुफ्तगू करन वाला है उहनूं असी कहा होवे ला दे ला दे ला दे, थल्ले ला दे ला दे, असीं इहदे नाल गल ही नहीं करनी। उस यार रसूल कदी तूं ते नहीं कीता इंज भाई, दसियो यार। सर जी सानू तां इंज की करना, असी तां चिराग लैके लभदे फिरदे हुन्ने, कोई मरज़ई हत्थ है। और नहीं हो सकता है भाई, वो तेनू कह देन भाई जिया ने फलां जगह ते मैं गया सा मुकालमा करन ते क्या सी ला दे इनू थल्ले ला दे। सर जी ए वेखो मैं ते ये गालां कड्डदे आ, अक्सर अपने साथी गालां कड्डण वाले मरज़ईयां नूं म्यूट कर दिंदे आ। मैं ते उन्हां नूं भी नहीं करदा भी किते ऐसे बहाने नासी न जाण। नासी ना सुन लिया जे भाई सारे, मैं जान बुझ के जिया नूं क्या वे कि रिकॉर्डिंग च एदी चीज़ एदा मौकफ आ जाए। असी तो लभने यहाँ पे कि कोई कादिया नहीं लभे। साडी तरबीयत ही नहीं कि असी अपने दोस्तां नूं अहबाब नूं खत्मे नबूवत फोरम दी टीम नूं तरबीयत कीती होए कि नहीं भाई नहीं ए नसाना है इन्हां कादियानियां नूं ते इन्हां नाल गल नहीं करनी। असी ते इन्हां नूं दरस पहला दरस ही पहले दिन जदों ए मदरसे आए ने ते इन्हां नूं दरस ही दिता होवे कि पुत्र जी कादियानी जिथे लभे उहनूं नप लो। इन्हां दा पहला सबक ही है वे, ते बुरे नूं बुरे दे घर तक तोड़ छड्ड के होना है। हाँ जी आ सब कुछ कहन लगा सी। शेख मैं ये कहने लगा था कि मुझे याद आ गया, हमने तो इन लानतियों को सोए हुओं को उठा के व्हाट्सएप के ऊपर काले करके उनको बोला कि भाई हमें तबलीग करो, ये फिर भी नहीं करते। उन्हें नहीं मैनू सोन दियो, सानू सोन दियो। बल्ले भाई बल्ले। यार रसूल मैंने भाई दी गल करन लगा सा, मैं कहा ते चौंक च जाके वाल मारदे ने मरदइयां दे, ओए इधर आओ, फिर भी ओ दुकानां बंद करके नस जांदे ने। जी ओए अल्लाह दे हुक्म नाल ऐसी गल को नहीं मलक, तू ही ते साडे आन तो पहले तू ही नथ पाई सी इन्हां नूं टिकटॉक दे उत्ते। जी हाँ जी तौफीक नाल सरकार ने इस्लाम दी नजर इनायत। हाँ जी ते साडा ते एक बंदा ही भारी है बड़ा, कोई गल नहीं, ये कुछ भी नहीं है, मतलब यकीन मनो साडी एक बराड़ एक दिन कोई बंदा सुन लवे तो बिल्कुल अनाड़ी सी, सिर्फ एक बराड़ सुन लवे साडी ते अगले दिन वो मुनाज़र बन जाता अल्लाह के हुक्म नाल। इन्ना कोई इलम उहदे कोल आ जाता है कि वह मरज़ाइयां नाल 4 दिन कोई गल कर सके। कादियानियां ते है ही कख नहीं, इत्थे कोई बड़ा है भी कोई राकड़ साइंस इन्हां नाल गल करन नाल ते बड़ा वड्डा कोई इलम ते आलम ते फाजल चाहिदा है। वो एक छोटा जिहा बंदा 5वीं पास भी जिहड़ा वे इन्हां नूं बेहतरीन नाकों चने च बुआ सकदा है। हाँ जी 2 ते 2 4 करके गल हुंदी है बस। थल्ले बैठे ने बगदादी साहब, तुसी भी कोई गल सुनाओ भाई, बैठे हो वावा देर ते।
अस्सलाम वालेकुम वरहमतुल्लाहि वबरकातुहू। वालेकुम अस्सलाम। जी जनाब। जी तबीयत सेहत कैसी है? शुक्र अल्लाह सुने। जी हजूर बंदा हवाला लैन गया सी, परत्या कोई नहीं परत्या? नहीं कोई नहीं जी, वो दौड़ गए बस, ਇਹੋ ਹੀ ਹਵਾਲੇ ਹੁੰਦੇ ਨੇ ਇਹਨਾਂ ਦੇ। ਇਹੋ ਹੀ ਬੰਦੇ ਨੇ ਨਾ 4 ਦਿਨ ਬਾਅਦ ਕੋਈ ਬਰਾੜ ਕਰੇਗਾ ਤੇ ਉੱਥੇ ਇਹਨੇ ਰੋਲਾ ਪਾਣਾ ਮੁਫਤੀ ਬਸ਼ਰ ਨੂੰ ਮੈਂ ਰਾ ਕੇ ਆ ਗਿਆ ਭਾਈ, ਉਹ ਮੁਫਤੀ ਬਸ਼ਰ ਨੂੰ ਦੀ ਮੌਲਤੀ ਬੰਦ ਕਰ ਛੜੀ ਸੀ ਮੈਂ। ਇਹ ਜੇ ਉਹ ਬੰਦੇ ਇਸ ਤਰ੍ਹਾਂ ਤੇ ਸ਼ਾਹ ਜੀ ਉਹ ਚੀਜ਼ਾਂ ਦੇ ਇਸ ਤਰ੍ਹਾਂ ਪੇਸ਼ ਕਰਦੇ ਨੇ ਕਿ ਜਿਵੇਂ ਸਾਨੂੰ ਆਵਾਜ਼ ਕੱਟੀ ਹੈ ਤੁਹਾਡੀ। ਮੈਂ ਕਿਹਾ ਜੀ ਆਇਤਾਂ ਇੰਜ ਪੇਸ਼ ਕਰਦੇ ਨੇ ਜਿਵੇਂ ਸਾਨੂੰ ਆਇਤਾਂ ਦਾ ਪਤਾ ਨਹੀਂ ਹੈ, ਅਸੀਂ ਪਹਿਲੀ ਵਾਰੀ ਸੁਣੀਆਂ ਨੇ ਇਹਨਾਂ ਦੇ ਕੋਲੋਂ। ਨਹੀਂ ਆਇਤਾਂ ਤੇ ਕਦੀ ਪੇਸ਼ ਕੀਤੀਆਂ ਹੀ ਕੋਈ ਨਹੀਂ ਇਹਨਾਂ ਨੇ, ਤੇ ਤੁਸੀਂ ਸੁਣੀਆਂ ਨੇ ਕਦੀ? ਉਹ ਤੁਹਾਡੇ ਵਾਲੀ ਗੱਲ ਬਜਾਏ ਉਹ ਦੱਸਦਾ ਸੀ ਪਿਆ ਕਿ ਜਿਹੜੀ ਹੈ ਨਾ नबियों की मोहर का तर्जमा करता सी पिया। नहीं वो तर्जमा कीता सुना, आयत ते नहीं सुना पेश की, ਉਹਨੇ ਤਰਜਮਾ ਪੇਸ਼ ਕੀਤਾ ਸੀ ਜੀ। ਉਹਦੇ ਕੋਲ ਜਦੋਂ ਹਵਾਲਾ ਮੰਗਿਆ ਕਿ ਬਈ ਤੂੰ ਦੱਸ ਸ਼ੋਅ ਕਰਕੇ ਇਹ ਕਿਹੜੇ ਬਾਬੇ ਦੀ ਹੈ, ਉਹ ਬਾਬੇ ਦੀ ਕਿਤਾਬ ਲੈਣ ਗਿਆ, ਪਰਤ ਕੇ ਆਇਆ ਹੀ ਨਹੀਂ। ਪਰਤ ਕੇ ਆਇਆ ਹੀ ਕੋਈ ਨਹੀਂ ਭਾਈ। ਇੱਕ ਗੱਲੋਂ ਕਹਿੰਦੇ ਨੇ ਪਏ ਬਾਬੋਂ ਦਾ ਖੁਦਾ ਕੋਈ ਹੋਰ, ਕਿਤਾਬਾਂ ਦਾ ਕੋਈ ਹੋਰ, ਤੇ ਭਾਈ ਬਾਬਾ ਜਿਹੜੇ ਤੁਸੀਂ ਤਰਜੁਮੇ ਕਰਕੇ ਪੇਸ਼ ਕਰ ਰਹੇ ਹੋ, ਫਿਰ ਜਾਂ ਤੇ ਇਹਨਾਂ ਤਰਜੁਮਿਆਂ ਨੂੰ ਵੀ ਨਾ ਮੰਨੋ। ਇਹ ਚੰਗੀ ਦੋਗਲਾ ਪਾਲਿਸੀ ਹੈ ਭਾਈ ਤੁਹਾਡੀ। ਇੱਕ ਗੱਲੋਂ ਜੀ ਬਾਬੇ ਮੁਸ਼ਰਕ ਹੋ ਗਏ ਨੇ, ਇਹਨਾਂ ਦਾ ਖੁਦਾ ਹੀ ਕੋਈ ਹੋਰ ਹੈ, ਤੇ ਭਾਈ ਠੀਕ ਹੈ ਬਾਬਿਆਂ ਦਾ ਚਲੋ ਤੇ ਹੋ ਗਿਆ ਖੁਦਾ ਕੋਈ ਹੋਰ ਹੈ, ਤੇ ਸਾਰੇ ਬਣ ਗਏ ਮੁਸ਼ਰਕ। ਤੇ ਹੁਣ ਕਰੋ ਫਿਰ ਕੋਈ ਨਵਾਂ ਤਰਜਮਾ ਕੱਢ ਮਾਰੋ, ਫਿਰ ਕੋਈ ਕੁਰਾਨ ਦਾ ਤੇ ਹਦੀਸਾਂ ਦੇ ਤਰਜਮੇ ਵੀ ਕੋਈ ਨਵੇਂ ਕੱਢੋ ਹੈ। ਤੇ ਉੱਥੇ ਤੇ ਤੁਸੀਂ ਉਹ ਦਾਰੁਲ ਇਸਲਾਮ ਦੇ ਤਰਜਮੇ ਰੱਖੇ ਹੁੰਦੇ ਨੇ ਸਾਹਮਣੇ ਹੈ, ਮੁਸਲਮ ਸ਼ਰੀਫ ਤੇ ਬੁਖਾਰੀ ਸ਼ਰੀਫ ਹੈ, ਉਹ ਵੀ ਤੇ ਬਾਬੇ ਨੇ ਕਿ ਨਹੀਂ ਬਾਬੇ? ਹਾਫਿਜ਼ ਅਬਦੁਸਤਾਰ ਹਮਾਦ ਦਾ ਤਰਜਮਾ ਜਿਹੜਾ ਹਾਫਿਜ਼ ਅਬਦੁਸਤਾਰ ਹਮਾਦ ਜਿਹੜਾ ਹੈ ਕੀ ਇਹ ਹੈ ਬਾਬਾ ਹੈ ਵੇ ਕਿ ਨਹੀਂ? ਉਹਦਾ ਤਰਜਮਾ ਰੱਖਿਆ ਹੁੰਦਾ ਹੈ। ਤੇ ਮੌਲਾਨਾ ਬਦੀਉਜ਼ਮਾ ਸਾਹਿਬ ਬਰਾਦਰ ਅਲਾਮਾ ਵਹੀਦੁਜ਼ਮਾ ਉਹਦਾ ਤਰਜਮਾ ਰੱਖਿਆ ਹੁੰਦਾ ਤਿਰਮਜ਼ੀ ਦਾ ਜੀ। ਤੇ ਇਹ ਬਾਬੇ ਹੈ ਨੇ ਕਿ ਨਹੀਂ, ਸਾਨੂੰ ਦੱਸੋ ਜ਼ਰਾ। ਸ਼ਾਹ ਜੀ ਬਾਬਿਆਂ ਦਾ ਤੇ ਇਹਨਾਂ ਨੇ ਇਨਕਾਰ ਕਰ ਦਿੱਤਾ ਨਾ ਕਿ ਬਾਬੇ ਦੇ ਸ਼ਾਹੀ ਕੋਈ ਨਹੀਂ, ਬਾਬੇ ਤੇ ਸ਼ਾਹੀ ਕੋਈ ਨਹੀਂ। ਉਹਨਾਂ ਨੇ ਅੰਮਾ ਦਾ ਇਨਕਾਰ ਕਰ ਦਿੱਤਾ ਕਿ ਅੰਮਾ ਦੇ ਸ਼ਾਹੀ ਕੋਈ ਨਹੀਂ, ਅੰਮਾ ਵੀ ਸ਼ਾਹੀ। ਉਹਨਾਂ ਦੇ ਨਬੀ ਦਾ ਵੀ ਇਨਕਾਰ ਕਰ ਛੜਿਆ, ਮਾਜ਼ਅੱਲਾਹ ਅਸਤਗਫਿਰੁੱਲਾਹ, ਕਿ ਨਬੀ ਤੇ ਸ਼ਾਹੀ ਕੋਈ ਨਹੀਂ ਜੀ। ਉਹ ਹਰ ਚੀਜ਼ ਦਾ ਤੇ ਇਨਕਾਰ ਹੈ ਨਾ ਜੀ। ਤੇ ਐਸੇ ਮਾਈਕ ਜ਼ਰਾ ਮਿਊਟ ਕਰਨਾ, ਬੜਾ ਸ਼ੋਰ ਆ ਰਿਹਾ ਹੈ। ਇਸੇ ਚੀਜ਼ ਨੂੰ ਕਹਿੰਦੇ ਨੇ ਇਲਹਾਦ। ਇਲਹਾਦ ਦਾ ਮਤਲਬ ਔਰ ਮਫਹੂਮ ਹੀ ਹੈ ਵੇ ਕਿ ਇਨਕਾਰ, ਮੰਨਣਾ ਹੀ ਨਹੀਂ ਕਿਸੇ ਚੀਜ਼ ਨੂੰ। ਮੈਂ ਨਹੀਂ ਮੰਨਦਾ, ਇਹਨੂੰ ਵੀ ਮੈਂ ਨਹੀਂ ਮੰਨਦਾ, ਇਹਨੂੰ ਵੀ ਮੈਂ ਨਹੀਂ ਮੰਨਦਾ, ਇਹਨੂੰ ਵੀ ਮੈਂ ਨਹੀਂ। ਇਨਕਾਰ ਦਾ ਨਾਮ ਹੈ ਇਲਹਾਦ। ਤੇ ਇਹੋ ਹੀ ਹੁੰਦਾ ਹੈ ਮੁਲਹਿਦ। ਮੁਲਹਿਦ ਨੂੰ ਕੋਈ ਸਿੰਘ ਨਹੀਂ ਨਿਕਲੇ ਹੁੰਦੇ। ਉਹ ਮੁਲਹਿਦ ਆਪਣੀ ਕਰਤੂਤਾਂ ਤੋਂ ਤੇ ਆਪਣੇ ਅਕੀਦੇ ਤੇ ਨਜ਼ਰੀਏ ਤੋਂ ਪਹਿਚਾਨਿਆ ਜਾਂਦਾ ਹੈ ਬੰਦਾ ਮੁਲਹਿਦ ਜੇ। ਮੰਨਣਾ ਹੀ ਨਹੀਂ ਕਿਸੇ ਚੀਜ਼ ਨੂੰ। ਮੈਂ ਨਹੀਂ ਮੰਨਦਾ ਭਾਈ, ਮੈਂ ਇਹਨੂੰ ਵੀ ਨਹੀਂ ਮੰਨਦਾ, ਇਹਨੂੰ ਵੀ ਨਹੀਂ ਮੰਨਦਾ, ਫਲਾਣ ਨੂੰ ਵੀ ਨਹੀਂ ਮੰਨਦਾ। ਸਮਝ ਆਈ ਕਿ ਨਹੀਂ? ਇਹ ਥੱਲੇ ਆਈਡੀ ਕੌਣ ਬੈਠੇ ਨੇ ਜੀ? MA ਨਜ਼ਰ आ रहे हैं ਮੈਨੂੰ। मलक कैसर साहब ने जी। मलक कैसर भाई आप माइक अनम्यूट कर लीजिएगा और बात कर लें आप जी। अपना हिस्सा पाओ जी, बैठे हो वावा देर दे। अस्सलाम वालेकुम व रहमतुल्लाह। वालेकुम अस्सलाम व रहमतुल्लाह। मुफ्ती साहब माशाल्लाह बड़ी अच्छी बातचीत करते हैं आप, माशाल्लाह। ज़िया रसूल भाई बड़ी अच्छी बातचीत करते हैं और बड़ी खुशी होती है कि चलो हमारी तरफ से भी, क्योंकि ये लोग ना बहुत ज्यादा बैठे होते थे टिकटॉक के ऊपर, वो कोई मासूम या पठान ढूंढ के ना, हाँ भाई ये बताओ, हाँ भाई आयतुल कुर्सी सुनाओ, हाँ भाई ये सुनाओ। अब बेचारे लोगों को इल्म नहीं है तो उनकी इंसल्ट करनी, उनकी बेइज्जती करनी। ये आप हो गए माशाल्लाह, आमिर नज़ीर साहब हो गए, काफी अच्छे अच्छे लोग इस सिलसिले में आए और माशाल्लाह माशाल्लाह बहुत जबरदस्त काम किया, खास तौर पे ज़िया रसूल साहब। एक मिनट किस में आए? फिरका क्या लफ्ज बोला है आपने? फिरके में आए? सिलसिले में आए ना? नहीं, सिलसिले में, टिकटॉक वाले सिलसिले में आए।
अच्छा सिलसिले में, मैं समझा शायद आप कह रहे हैं इस फिरके में आए। नहीं, मतलब एक सिलसिला ये जो चल रहा था इनका टिकटॉक जी के ऊपर, जी ये मासूम लोगों को बुला के ना ऊपर इसका मतलब बताओ, उसका मतलब बताओ, उनसे सवाल जवाब करके जनाब अली उनको लाजवाब करना और फिर उनकी बेइज्जती करनी। अब जी आप बैठे हैं, 2 बंदे बैठे हैं, ठीक है, आप दावत दे रहे हैं, आ जाए, बात कर रहे हैं, अब कोई भी नहीं आएगा, कभी भी नहीं आएगा, मर जाएगा, आपके सामने नहीं आएगा। ये वो शिकार ढूंढते हैं जिन लोगों को नॉलेज नहीं है, जिन लोगों को पता नहीं, ठीक है ना। मेरे साथ एक बंदा बैठा होता था, मैं इधर अमेरिका में हूँ, तो एक छोटा सा मेरा होटल भी है, रेस्टोरेंट, तो यहाँ बैठा होता था एक मासूम सा बंदा, वो कादियानियों में बड़ा गिरा हुआ था, पक्का फंसा हुआ था, और मैं उसको समझा तो रहा था, वो नहीं समझता था, वो कहता था नहीं जी ये बड़ी अच्छी जमात है, देखो जी यूं, देखो जी वो। अल्लाह ताला जज़ाए खैर दे आमिर नजीर साहब को। एक दिन उन्होंने बताया कि अहमद नाम का ये जो तर्जमा करते हैं सूरह सफ का, वो मिर्जा कादियानी कहता है वो नाम कुरान पाक में मेरे लिए आया है। अस्तगफिरुल्लाह अस्तगफिरुल्लाह अस्तगफिरुल्लाह, सूरह सफ में अस्तगफिरुल्लाह। वो कहते हैं वो नाम मेरे लिए आया है। तो मैंने कहा मैं तेरे सामने यहाँ कादियानियों की लाइव पे जाके उनसे पूछूंगा, अगर उन्होंने कहा तो फिर कहता अगर उन्होंने कहा मैं कादियानी नहीं होऊंगा। लो जी, मैंने लाइव वो 49 वो जो मियाँ साहब बैठे होते हैं, मैंने कहा जी ये नाम जो आप यूज करते हैं अहमद सूरह सफ में जो आया है कुरान पाक में, ये किसके लिए है? वो कहते हैं ये तो मिर्जा साहब के लिए भी आया है। मैं क्या, इसका मतलब ये हुआ कि अगर भी आया तो हज़ूर सल्लल्लाहु अलैहि वसल्लम के 99 नाम वो भी आए हैं, तो फिर ये जो कलमा पड़ेगा उसमें भी आएगा। तो आप कैसे कहते हैं कि हम नई शरीयत नहीं लेकर आए? तो नया हो गया काम। ऐसे ही है ना, अगर एक बंदा कह रहा है कुरान पाक में जो लफ्ज अहमद आया है वो हज़ूर सल्लल्लाहु अलैहि वसल्लम के लिए भी आया है और मिर्जा कादियानी के लिए भी आया है, तो इसका मतलब है कलमे वाला नाम भी आया है। अगर वहां पे आया तो फिर कलमे में भी आया है। तो इन आप यहाँ अगर बैठे होते हैं तो, और दूसरी एक तो ये बात लोगों को पता होनी चाहिए कि ये जब आपको कहते हैं ना कि हमारा कलमा सेम है, हमारी नमाज सेम है, नहीं सेम। ये जो पढ़ रहे हैं ना मोहम्मद, इसके साथ दूसरा मोहम्मद अटैच कर रहे हैं, वो है मिर्जा कादियानी, ठीक है। कल ज़िया रसूल साहब उनसे बात कर रहे थे, ज़िया रसूल साहब ने कहा कि मैं आपको कादियानी कहूंगा। कहता जी कादियानी क्यों कहेंगे हमें आप अहमदी कहें। उस टाइम पे एक बड़ी अच्छी बात मेरे ध्यान में आ रही थी कि हमें तो मदनी अपने आप को कहने में कोई दिक्कत नहीं होती है, तो तुम्हें क्या तकलीफ होती है कादियानी कहने में? अगर हम अपने नाम के साथ मदनी लगा दें तो हमें तो कोई तकलीफ नहीं होगा, हमें तो बड़ी खुशी होगी कि किसी ने मुझे मदनी कहा। कल ज़िया रसूल साहब ने इनको इधर बेनकाब कर दिया, इनका एक ये राज भी फाश कर दिया कि इनको अगर कादियानी कहो तो इनको मौत पड़ती है, बुरा लगता है। और फिर उस दिन मेरी बात हो रही, एक बंदा बैठा हुआ, वो कहता हमारी जमात 200 मुल्कों में फैल गई है। मैं कहा 200 मुल्क तो बड़े दूर है, एक जलसा मीनारे पाकिस्तान से भी आके करो, एक जलसा जनाब पेशावर में भी करो, अफगानिस्तान में भी करो, एक सऊदी अरब में भी करो, एक ईरान में भी करो ना। अगर 200 मुल्कों में तुमने जमात फैलाई है तो ये भी तो मुल्क ही है ना, ये मुल्क कोई दुनिया से बाहर तो नहीं। एक जलसा इधर भी आके करो, तुम्हें पता लगे। उस टाइम पे जो गुलाम कादियानी बच गया था ना, वो इसलिए बच गया था कि उस टाइम गोरों की हुकूमत थी। तो वो इसरार साहब फरमाते हैं ना कि जो उस टाइम पे काबल अफगानिस्तान का जो बादशाह था, उसने कहा था कि इधर आके दावा कर, तो मैं तुझे बताऊं कि तेरा सर वापस जाता है कि नहीं जाता। अल्लाह माफी करे, अल्लाह ताला आप लोगों को खुश रखे, खैर रखे। बस लोगों को ये जरूर बताएं कि इनके मोहम्मद जब ये कलमा पढ़ रहे हैं ना, तो उसमें जो लफ्ज मोहम्मद है वो हज़ूर सल्लल्लाहु अलैहि वसल्लम के लिए तो इस्तेमाल होता है, साथ कादियानी मिर्जा के लिए भी इस्तेमाल करते हैं ये लोग। तो लोगों को जरा पता लगे, बड़ी खुशी होती है। अल्हम्दुलिल्लाह आप लोग बैठे हैं तो आप लोग ये सारा कुछ कर रहे हैं। अल्लाह ताला आपको इसका बहुत अजर दे, बहुत आपके ऊपर अल्लाह ताला अपनी रहमतें करे, तमाम आपकी जो है ना मुश्किलात दूर करे, जितना भी आप काम दे अल्लाह ताला आपको इनका अजर दे। थैंक यू सो मच। आमीन। अच्छा ज़िया मौजूद हैं?
ਜੀ ਸਰ ਜੀ। ਅੱਛਾ, ਉਹ ਤਜ਼ਕਰਾ ਦੀ ਜਿਹੜੀ ਉਹ ਤਲਾਵਤ ਤੂੰ ਸੁਣਾਉਣਾ ਹੁੰਦਾ ਹੈ, ਉਹ ਲਿਖ ਕੇ ਰੱਖੀ ਆ? ਤਜ਼ਕਰਾ ਦੇ ਹਾਂ। ਤਜ਼ਕਰਾ ਦੇ ਸਾਰੇ ਇਲਹਾਮ ਮੌਜੂਦ ਹੈਗੇ ਆ, ਉਹ ਵਿੱਚੋਂ ਕੋਈ ਮਤਲਬ ਮੁੰਤਖਬ ਕੀਤੇ ਹੋਏ ਹੈਗੇ ਆ। ਉਹੋ ਹੀ ਤੇ ਕਹਿ ਰਿਹਾ, ਉਹ ਤਰਤੀਬ ਲਾ ਕੇ ਰੱਖੀ ਆ, ਲਿਖ ਕੇ ਰੱਖੀ ਆ? ਹਾਂ, ਯਾਨੀ ਕਿ ਲਿਖ ਕੇ ਨਹੀਂ, ਮਤਲਬ ਸਕੈਨ ਹੈਗੇ ਆ। ਨਹੀਂ ਤੇ ਤੂੰ ਜਿਹੜਾ ਉਹ ਰਬਤ ਦੇ ਨਾਲ ਪੜ੍ਹਨਾ ਹੈ, ਉਹ ਇੰਜ ਵੇ, ਮੈਂ ਚਾਹੁੰਦਾ ਸਾਂ ਪਿਆ ਉਹਦੀ ਇੱਕ PDF ਜਾਰੀ ਕਰੋ। ਉਹ ਜਿਹੜੇ ਇਹਨਾਂ ਨਾਲ ਬੜੇ ਜ਼ਬਰਦਸਤ ਇੱਕ ਉਹ ਕੀ ਉਹਨੂੰ ਆਂਦੇ ਨੇ ਕਿ ਹਮ ਕਾਫੀਆ। ਸਰ ਜੀ ਉਹਦੇ ਵਿੱਚ ਫਿਰ ਇੰਜ ਹੋਣਾ ਨਾ ਕਿ ਉਹ ਦੁਬਾਰਾ ਇੱਕ ਵਾਰੀ ਤਜ਼ਕਰਾ ਖੰਗਾਲਣਾ ਪੈਣਾ, ਕਿਉਂਕਿ ਇਹ ਸਾਰੇ ਨਹੀਂ ਨਾ ਹੈ, ਹੋਰ ਬੜੇ ਉਹ ਸਾਰੇ ਨਹੀਂ ਹੈ। ਤੇ ਇੰਜ ਵੇ ਕਿ ਉਹਨੂੰ ਨਾ, ਤੂੰ ਉਂਝ ਵੀ ਸ਼ਾਇਰ ਆਦਮੀ ਹੈ, ਤੇ ਉਹਨੂੰ ਨਾ ਹਮ ਕਾਫੀਆ ਲੈ ਕੇ ਤੇ ਇੱਕ ਤਰਤੀਬ, ਇੱਕ ਪੜ੍ਹਨ ਚ ਵੀ ਇੱਕ ਮੁਨਜ਼ਮ ਜਿਹਾ ਬਣ ਜੇ ਔਰ ਮਜ਼ਾ ਜਿਹਾ ਆਏ। ਤੇ ਜ਼ਰਾ ਥੱਲੇ ਵੀ ਡਿਮਾਂਡ ਆਈ ਹੈ, ਤੇ ਅਗਰ ਜ਼ੋਕ ਹੋਵੇ ਤੇ ਥੋੜਾ ਜਿਹਾ ਤਜ਼ਕਰਾ ਦੀ ਤਲਾਵਤ ਹੀ ਸੁਣਾ ਦਿਓ ਬਾਈ। ਅੱਛਾ, ਤਜ਼ਕਰਾ ਦੀ ਤਲਾਵਤ ਸੁਣਨ ਤੋਂ ਪਹਿਲੇ ਮੈਂ ਥੋੜਾ ਜਿਹਾ ਇੱਕ ਹਵਾਲਾ ਪੇਸ਼ ਕਰ ਦਿਆਂ, ਤਾਂ ਕਿ ਕਾਦੀਆਨੀ ਇਹ ਨਾ ਕਹਿਣ ਕਿ ਬਾਈ ਤਜ਼ਕਰਾ ਦੀ ਨੂੰ ਤਲਾਵਤ ਦਾ ਨਾਮ ਦੇ ਦਿੱਤਾ ਹੈ। ਕਿਤਾਬ ਦਾ ਨਾਮ ਹੈ ਮਜ਼ਾਮੀਨੇ ਬਸ਼ੀਰ, ਜਿਲਦ ਅਵਲ, ਤੇ ਸਫਾ ਵੇ 214 और सब तो उत्ते लिखा है तज़किरा के बारे में जमात को पैगाम। आपको इल्म होगा कि जहां हज़रत अमीरुल मोमिनीन यद्दा यल्ला ने 3 साल गुजरे जलसा सालाना पर अहबाब जमात को इनके तज़किया नफ्स के लिए हज़रत मसीह मूतर अलैहि शलवार के इल्हामात के मजमुआ की बिल इल्तिज़ाम तलावत करने की ताकीद फरमाई थी, और इससे जो फ़वायद हासिल किए जा सकते हैं। अहबाबे जमा फिर तज़किरा के बारे सारा ना दसे है, तो ਉਹਦੀ तलावत का बिल इल्तिज़ाम जरूरी है भाई कादियानियां वास्ते। तो आ जाओ भाई, हुण असीं इल्तिज़ाम करन लगे हाँ, तो साडा ज़ियारतुल अमीनी मौलवी जिहड़ा वे वो तज़किरा की तलावत करन लगा है, तो हथ बन लो, तो कोई वुज़ू शुरू कर रहा हो, तो बह के हथ पैर जोड़ के ते बह के ते सुनो भाई। चलो जी, शुरू हो जाओ जी। सर जी को म्यूजिक का भी इंतजाम करो पीछे, तज़किरे की तलावत म्यूजिक तो बगैर तो नहीं चंगी लगती। ऐ ते है वे मैं ना इतने कुत्तियां का इंतजाम करना पैना है। चलो जी, चलो जी, सुनो जी फिर। ये मिर्जा गुलाम कादरी कहता है मुझ पे इल्हाम हुआ, इसको पलीग हो गई, आपके लड़का पैदा हुआ है, आपकी तलाश में एक शख्स बाजार में फिर रहा है, अमीनुल मुल्क जय सिंह बहादुर। इलाही मेरी उम्र 95 बरस की हो जावे, इसको चूमो, इसको पलीग हो गई, एकदम में दम रुखसत हुआ। ए अजली अब्दी खुदा मुझे जिंदगी का शरबत पिला, ए अजली अब्दी खुदा बेड़ियों को पकड़ के आ, एक मूसा है मैं इसको जाहिर करूंगा, एक कलाम, 2 लड़कियां, एक औरत मर गई, इन्ना लिल्लाहि व इन्ना इलैहि राजिऊन, वो बादशाह आया, एक हौलनाक निशान, 1 हफ्ता तक एक भी बाकी नहीं रहेगा, बरकत अली याब हो जाएगा, प्रातूस बुखार टूट गया, बस तो 1 रुपया है, बरीत बरहमनो तार से मुकाबला करना अच्छा नहीं है, बाद 11 बशीरुद्दौला बशीर, बलाए नागहानी बला नाजल जहादस, बाद इसके तुम्हारा वाक़या होगा, बीमार बहुत ही चीखें मारता है, बहुत से हादसात और अजब कामों के बाद तेरा हादसा होगा, बाहर आई तो आए सलुज के आले के दिन, पट्टी पुट्टी गई पास हो जाएगा, बीवी फिर गए, इसको मुर्ताद होना कहते हैं, भूचाल आया और शिद्दत से आया, प्रेशन प्लातूस 25 दिन तक खाकसार पेपरमेंट, पहले बेहोशी, फिर गशी, फिर मौत पूरी हो गई, तार आई के 2 पुल टूट गए, तार आई ताई आई, फिर ये जिंदा हुई है, मर मर के तू इससे निकला, इसने तमाम दुनिया से तुझको चुना, तुम्हारा नाम है अली बॉस, ताज़ा ताज़ा निशान का तक्का, तेरी सारी मुरादें तुझको दूंगा, 3 बड़े आदमियों में से एक की मौत, मैं तेरी मोहब्बत दिलों में डाल दूंगा, जिमें हुण लांता पैण रही जनाजा, जिधर देखता हूँ उधर तू ही तू है, हर पास से टट्टी की बदबू है, 3 बकरे ज़िबा किए जाएंगे, हसन का दूध पिएगा, कई छोटे हैं जो बड़े किए जाएंगे, कई बड़े हैं जो छोटे किए जाएंगे, चौधरी रुस्तम अली, खुदा का ध्यान में नाजिल होगा, खुदा का है, खुदा इस प्याला को टाल दे, 10 दिन के बाद मैं मौज दिखाता हूँ, खतरनाक खुदा निकलने को, दौलत अहमद 2 4 माह 2 तीर टूट गया, राज खुल गया, देखो मेरे
दोस्तों अखबार शाया हो गया। देखो क्या कहती है तस्वीर तुम्हारी, रब्बुल अफवाज इस तरफ भी तवज्जो करेगा, रास्ता बटाला वाला खतरनाक है, डिग्री हो गई है, मुसलमान है, राज भी होगा तो होगा इस गली बहाले जार, रुफ चाहिए रुफ कर दे बला, दोबारा जिंदगी मनसूख शुदा जिंदगी, जलजला आया जलजला आने को है हमारे लिए ईद का दिन, सुरंग असिस्टेंट सर्जन जिंदगी के फैशन से दूर जा पड़े, सईद मोहम्मद रिशा आ गए, 45 साल की उम्र, सजाए मौत, आलम कबाब शोको शंग लड़का पैदा होगा शादी खान, कुछ अरबी में बोलो अब्दुल्ला खान, डेरा इस्माइल खान, अब्दुल हक नहीं मरेगा जब तक वो पैदा ना होगा, जी गजनवी ईद आया, चाहे करो ना करो औरत की चाल, फजांद अर्जुमंद ग्रामी अर्जुमंद दिलबंद, इसका नाम गौस मोहम्मद रखा गया, गुलाम अहमद कादियानी की जय, कभी मैदे के खलल से भी वरम हो जाती है, काबल से काटा गया सीधा हमारी तरफ आया, कैसरे हिंद की तरफ से शुक्रिया, कश्तियाँ चलती हैं ताहूँ कश्तियाँ करंसी नोट, कुचला फुनैन फुलाद, ये है दवाए हमजाद कलीसा की ताकत का नुस्खा, कलमतुल्ला खान, एक कलाम और 2 लड़कियां, 2 उस्तरे इतर की शीशी कपन में लपेटा गया, कौन कह सकता है ए बिजली आसमान से मत गिर, पेट फट गया, कोरिया खतरनाक हालत में है, कंबल में लपेट कर सुबह कब्र में रख दो, गवर्नर जनरल की पेशगोइयों के पूरा होने का वक्त आ गया है, खुल जाएंगे खांसी दूर होगी, लाहौर से एक अफसोसनाक खबर आई, लाहौर भी कोई शहर होता था, ये 2 गाड़ी मार के लंगर उठा दो, ये लानत अभी वजीराबाद में पड़ी है, लाहौर में एक बेशरम है नवाब मुबारक बेगम, मज्जे खां का बेटा और शमसुद्दीन पटवारी जिला लाहौर से भेजने वाले हैं, मुबारक मशर की ताकत, मोहम्मद मुफले महमूद अहमद मोहम्मद हुसैन डिप्टी कमिश्नर बनेगा, मुंह काले, अन करीब एक मुल्क अजीम दिया जाएगा, मलावा योद्धा स्क्रूती मौत दरवाजे पर खड़ी है, मूती लग रही है, जब मैं ईसा को उतारता हूं तो पौड़ी खींच लेता हूं, मेरे ख्याल में ये आपकी तवज्जो का असर है, मेरा लुटा हुआ माल तुझे मिलेगा, नतीजा खिलाफे उम्मीद नाकामी, मैंने इरादा किया है तेरी एक और शादी करूं, हाँ मैं खुश हूं, वो बेचारा फौत हो गया, वासल खान फौत हो गया, हमारा हिस्सा दे दो, इन्ना लिल्लाह, हमारा भाई इस दुनिया से चल दिया, हाँ मैं दर्शनीय आदमी हूँ, हमारे दोस्त चल दिए और हम भी, हमारी किस्मत एतवार, हमारी घड़ी जलाश खुदा का ही नाम है, हमने तेरी सेहत का ठेका लिया है, बल्ला बल्ला सीधा होया औला, मैनू कोई नहीं कह सकता कि ऐसी मुसीबत आई जिसने ये मुसीबत पाई, इश्क इलाही वसे मुंह पे दलियां, ए निशानी तेरी, हुण इस दा लेखा खुदा नाल जा पिया है, 33 14 11 11 34 14 11 28 27 14 2 27 2 26 2 28 1 23 15 14 7 23 14 1 1 1 2 7 1 14 10 1 28 27 47 16 11 14 16 1 14 7 2 1 7 5 1 14 1 7 1 5 34 23 34 11 14 2 28 1 7 14 5 28 7 34 1 7 34 आई लव यू। बल्ले भाई बल्ले ਬੱਲੇ ਭਾਈ ਬੱਲੇ ਵਧੀਆ ਜ਼ਬਰਦਸਤ ਅੱਛਾ ਗੱਲ ਹੈ ਵੀ ਉਸਮਾਨ ਹੁਣ ਤੂੰ ਕੀ ਕਰਨਾ ਹੈ ਇਹਦੇ ਵਿੱਚ ਤੜਕਾ ਲਾਣਾ ਹੈ ਥੋੜਾ ਜਿਹਾ ਮਿਰਚ ਮਸਾਲਾ ਪਾ ਕੇ ਠੀਕ ਇਹਦੀ ਰਿਕਾਰਡਿੰਗ ਹੈ ਨਾ ਮੈਂ ਚੈਨਲ ਤੇ ਅਪਲੋਡ ਕਰ ਦਿਆਂਗਾ ਉਹਦੇ ਵਿੱਚ ਤੂੰ ਇਹ ਕਟਿੰਗ ਲਏਗਾ ਕਟਿੰਗ ਲੈ ਕੇ ਇਹਦੇ ਵਿੱਚ ਮਿਊਜ਼ਿਕ ਤੇ ਜੋ ਵੀ ਤੂੰ ਆਪਣਾ ਕਰਨਾ ਉਹ ਫਿਰ ਤੈਨੂੰ ਪਤਾ ਹੀ ਹੈ ਕੀ ਕਰਨਾ ਠੀਕ ਹੈ ਨਾਲ ਇਹਨੂੰ ਥੋੜਾ ਜਿਹਾ ਇਕੁਅਲਾਈਜ਼ ਵੀ ਕਰੀ ਜਾਂ ਜੋ ਵੀ ਤੁਸੀਂ ਕਰਨਾ ਹੈ ਬਿਹਤਰੀਨ ਹੋ ਜਾਏਗਾ ठीक हो गया सादे मोहतरम मैं ज़िया भाई का एक और कलाम है वो मैं सुना देना चलो एक कादियानिया के बारे ज़िया भाई लिखते ने ए पुत्र भी नहीं ना ए तियां ने ए रह गए ने विचकार कूड़े पुत्र भी नहीं ना ए तियां ने ए रह गए ने विचकार कूड़े दावे शावे मिर्जे दे दिते मुजाहदान खलार कूड़े पुत्र भी नहीं ना ए तियां ने ए मर जाई कोई औतरी चीज ते नहीं जिन्ने अफलातून बन देने ए मिर्जे दियां कताबां चों दो छितरां दी नहीं मार कुड़े पुत्र भी नहीं ना ए तियां ने दोबारा मेहरबानी ए मर जाई कोई तेरी चीज ते नहीं ओ जिन्ने अफलातून बन देने ए मिर्जे दियां कताबां चों दो छितरां दी नहीं मार कुड़े पुत्र भी नहीं ना ए सारे कादियानी मिल के कहो ए पुत्र भी नहीं ना ए तियां ने
ਇੰਜ ਗਵਾਚੇ ਨੇ ਟਿਕਟੋਕ ਤੋਂ ਕਿ ਚਰਾਗਾਂ ਨਾਲ ਵੀ ਲੱਭਦੇ ਨਹੀਂ। ਇੰਜ ਨਸੇ ਨੇ ਜਿਵੇਂ ਨਸਿਆ ਸੀ ਉਹ ਮਿਰਜ਼ਾ ਲੈ ਕੇ ਉਦਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। दोबारा जरा ਇੰਜ ਗਵਾਚੇ ਨੇ ਟਿਕਟੋਕ ਤੋਂ ਕਿ ਚਰਾਗਾਂ ਨਾਲ ਵੀ ਲੱਭਦੇ ਨਹੀਂ। ਇੰਜ ਨਸੇ ਨੇ ਜਿਵੇਂ ਨਸਿਆ ਸੀ ਉਹ ਮਿਰਜ਼ਾ ਲੈ ਕੇ ਉਦਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। ਇਸ ਵਰਗਾ ਦੀਨ ਦਾ ਨੰਗ ਕੋਈ ਨਹੀਂ, ਇਹਦਾ ਇੱਕ ਵੀ ਸਿੱਧਾ ਕੰਮ ਕੋਈ ਨਹੀਂ। ਇਹ ਗੱਲ ਮਰਜ਼ੀਆਂ ਨੇ ਮੰਨਣੀ ਨਹੀਂ, ਨਾ ਵੇ ਟਕਰਾਂ ਮਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। ਕੋਈ ਗੈਰਤ ਨਾਮ ਦੀ ਸ਼ੈ ਵੀ ਨਹੀਂ, ਨਾ ਮਸੀਹ ਦੀ ਇੱਜ਼ਤ ਦਾ ਪਾਲਣ, ਖੁਦ ਛਿੱਤਰ ਮੌਲਵੀ ਨੂੰ ਦੇ ਕੇ ਕਹਿੰਦੇ ਚੱਲ ਮਿਰਜ਼ੇ ਨੂੰ ਮਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। ऐसे मैं आप बड़ा हंसदा यकीन कर। ए दोबारा सुना दे कोई। ਕੋਈ ਗੈਰਤ ਨਾਮ ਦੀ ਸ਼ੈ ਵੀ ਨਹੀਂ, ਨਾ ਮਸੀਹ ਦੀ ਇੱਜ਼ਤ ਦਾ ਪਾਲਣ, ਖੁਦ ਛਿੱਤਰ ਮੌਲਵੀ ਨੂੰ ਦੇ ਕੇ ਕਹਿੰਦੇ ਚੱਲ ਮਿਰਜ਼ੇ ਨੂੰ ਮਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। ਇਹ ਸਜ਼ਾਏ ਇਹ ਸਪਾਈ ਮਰਦ ਮੈਦਾਨ ਦੇ ਨਹੀਂ, ਇਹ ਹਰ ਗੱਲ ਤਾਈ ਨਸਦੇ ਨੇ। ਇਹ ਸਜ਼ਾਏ ਇਹਨਾਂ ਦੀ ਦੁਨੀਆ ਤੇ, ਇਹ ਜਾਂਦੇ ਬਾਲਾਂ ਕੋਲੋਂ ਹਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। ਇਹ ਰਹਿ ਗਏ ਨੇ ਵਿਚਕਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। ਇਹਨਾਂ ਨੂੰ ਹਲੇ ਵੀ ਅਸਰ ਨਹੀਂ, ਉਹ ਛੱਡੀਏ ਨੇ ਵੀ ਕੋਈ ਕਸਰ ਨਹੀਂ। ਚੱਲ ਛੱਡ ਜਿਆ ਇਹ ਮਿਰਜ਼ੇ ਵਾਂਗੂ, ਇਹ ਹੈ ਨੇ ਚੂੜ ਚੁਮਾਰ ਕੁੜੇ, ਪੁੱਤਰ ਵੀ ਨਹੀਂ ਨਾ ਧੀਆਂ ਨੇ। ਇਹ ਮੌਤ ਦੇ ਖੂਹ ਤੇ ਕੰਮ ਕਰਦੇ। ਵਾਹ ਵਾਹ याद आ गया। ए पुत्र भी नहीं ना ਧੀਆਂ ਨੇ, ਇਹ ਰਹਿ ਗਏ ਨੇ ਵਿਚਕਾਰ ਕੁੜੇ, ਦਾਵੇ ਸ਼ਾਵੇ ਮਿਰਜ਼ੇ ਦੇ ਦਿੱਤੇ ਮੁਜਾਹਦਾਂ ਨੇ ਖਲਾੜ ਕੁੜੇ। ਜੀ ਜੀ ਭਾਈ। ਇਹ ਮੌਤ ਦੇਖੋ ਚ ਕੰਮ ਕਰਦੇ, ਦਿੰਦੇ ਸਕੂਟਰ ਮਿਰਜ਼ੇ ਤੇ ਚਾੜ ਕੁੜੇ। ਆਏ ਬੱਲੇ ਭਾਈ ਬੱਲੇ ਬੱਲੇ ਭਾਈ ਬੱਲੇ। ਅੱਜ ਬੜੀ ਤਬਲੀਗ ਹੋਈ ਹੈ ਭਾਈ, ਮਰਜ਼ਈ ਥੱਲੇ ਬਹਿ ਕੇ ਇੰਨੇ ਖੁਸ਼ ਹੋ ਰਹੇ ਜੇ ਅੱਜ। ਬੱਲੇ ਭਾਈ ਬੱਲੇ, शाबा भाई शाबा। उस्ताद मोहतरम अगर एक मिनट इजाजत हो तो मैं एक नज़म सुनावा मिर्जे का। हाँ जी बिल्कुल जी सापा हो जी लाजमी जी। आओ लोगों सुनो कहानी, एक था मिर्जा कादियानी।
आओ लोगों सुनो कहानी। एक था मिर्जा कादियानी, बाप था इसका अंग्रेज का नौकर, मिर्जा भी रहा अंग्रेज का होकर। माँ का नाम था चिराग बीबी, कहते थे सब इसको माई किसी थी। सूरत थी इसकी इंसानी, काम थे इसके सब शैतानी, दिमाग था इसका खराब, 100 बार करता था दिन में ये पेशाब। आंखों से काना और पेंगा था, पहना करता बीवी का लहंगा था। कभी किया नबूवत का दावा, कभी मसीह महदी बनाया। हर दावा था, हर दावे में था वो कज़ाब, इस पर आया फिर बड़ा अजाब। तभी तो कहते हैं लोग सियाने, मिर्जा मोया टट्टी खाने। कह दो सब मिलकर ये यार, मिर्जे पे लानत बेशुमार। यूं ही हुई लोगों खत्म कहानी, एक था मिर्जा कादियानी। जबरदस्त हो गई। एक और जो है ना, मैंने भी ये आओ लोगों सुनो कहानी लिखी हुई है जी। हाँ जी, वो भी सुनाओ जी, सुनाओ जी। अर्ज किया जी, आओ लोगो सुनो कहानी, एक थी मिर्जा कादियानी। नाम तो मर्दों वाला था, हकीकत में था जनानी। हफ्ते बाद नहाता थी, बाप से जूते खाता थी। हालत मर्द में कलदम और बीवी से घबराता थी। आओ लोगो सुनो कहानी, एक थी मिर्जा कादियानी। अब आगे मैं तरन्नुम के साथ नहीं पढ़ूंगा क्योंकि मेरा गला खराब है। इंसान भी उल्टे सीधे थे, नाम भी उल्टे सीधे थे, लुच्छो फज्जा और घसीटी, एक था इसका टीची टीची। काम भी उल्टे सीधे थे, इल्हाम भी उल्टे सीधे थे, कंजरों से पैसे लेता थी और सैन में भी जाता थी। हरकतों से जब बाज न आई, शैतान के हत्थे चढ़ता थी, रजूलियत करवा के उसके बच्चे पैदा करता थी। सुनो बात इस कमीने की, हामला 10 महीने की, कोई मुझको बतला दो ये बंदा थी या खोता थी। कंजरों से फिर यारियां थीं, 7200 बीमारियां थीं, और दिन में 100 बार ये मूत्र पैदा करता थी। बचपन के ज़माने में ये चिड़ियां पकड़ा करता थी, बारिश के गंदे पानी में गोते छोते खाता थी। चाबियां अपने घर की ये नाड़े से बांधा करता थी, जब घर को वापस आता थी तो छन 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 करता थी। घर के पैसे चोरी करके मुंशीगिरी करता थी, कभी कभी ये मन चली टॉनिक वाइन भी पीता थी। पठानों से घबराता थी और जूते उल्टे पाता थी। ये बेगम अपनी सरेआम लोगों को दिखलाता थी, बटन उल्टे लगाता थी, गरारे शौक से पाता थी। मेकअप शेकअप करके ये लाश के आगे जाता थी। एक मोहम्मदी बेगम थी, दिल जान से इस पे मरता थी। हाय से शादी हो जाए, दिन रात दुआएं करता थी। जब आगे से छितर पड़ते तो पेशन गोइयां करता थी। 2-3 साल में मरने वाला 30-30 साल में मरता थी। सूद के पैसे खाता थी, रोजे भी तुड़वाता थी, बीमार होके ऊपर नीचे गंदा कीचड़ पाता थी। एक आंख से अंधा सी और दूजी आंख से काना थी, 2-2 जुराबें पाता थी और चूजों से घबराता थी। बेगम को कंजर कहता थी, उम्मत को बंदर कहता थी। कहने को ये मिर्जा थी पर पूरा टट्टी खाना थी। हाय बल्ले, सुनो भाई। हेलो यार तुमने बहुत अच्छा शेर बोले। मेरी बात सुनो यार, देखो किसी के बारे में गलत बोलने से कोई तुम्हारा यानी कि फ़ायदा तो नहीं होने वाला, लेकिन झूठी जो है ना ऐसी फजूल बातें नहीं करनी चाहिए। देखो जो भी है ये अल्लाह ताला के मामला तक, लोगों को इसमें कोई दखलंदाजी का फ़ायदा नहीं है। अपनी बात का जवाब ले लें। माइक जरा इन्हां दा म्यूट करो भाई, शोर आ रहा है बड़ा। लोग शोर ਤੁਹਾਡਾ आ रहा जी मलक साहब। जहां मैंने ये नज़म लिखी हुई ना, नीचे मैंने लिखा हुआ है बहवाला सीरतुल मादी। अब इसमें मैंने जो मैनू गल करन दिओ भाई इन्हां दे नाल। मेरी सुनो गल। हेलो, मेरे ना हो तुसी मेरा डायरेक्ट हो ना जी जी। अच्छा केड़ी गल गलत कही है जी, कोई एक आधी दसो सानू। ਤੁਸੀਂ ਉਹਨੂੰ ਕੀ ਗਲਤ ਆਉਂਦੀ ਹੈ, ਉਹਨੂੰ ਵਿੱਚ ਉਹਦੀ ਬੇਗਮ ਨੂੰ ਵੀ ਵਿੱਚ ਮੁਸ਼ਤਮਿਲ ਕਰ ਰਹੇ ਹੋ। ਹਰ ਚੀਜ਼ ਤੁਸੀਂ ਗਲਤ ਕਰ ਰਹੇ ਹੋ। ਨਹੀਂ ਦੱਸੋ ਨਾ, ਕੋਈ ਇੱਕ ਅੱਧੀ ਦੱਸੋ ਤੇ ਸਹੀ ਨਾ ਜੀ, ਇਹ ਚੀਜ਼ ਗਲਤ ਕਹੀ ਹੈ ਤੁਸੀਂ। ਮੇਰੀ ਗੱਲ ਸੁਣ ਭਾਈ, ਦੇਖੋ ਅੱਲਾਹ ਤਾਲਾ ਦੇ ਮਾਮਲਾਤ ਨੇ, ਠੀਕ ਹੈ, ਕੁਰਾਨ ਤੇ ਹਰ ਚੀਜ਼। ਕੋਈ ਇੱਕ ਅੱਧੀ ਗੱਲ ਦੱਸੋ ਕਿ ਜਿਹੜੀ ਅਸੀਂ ਗਲਤ ਕਹੀਏ, ਤਾਂ ਕਿ ਸਾਨੂੰ ਵੀ ਪਤਾ ਚੱਲੇ, ਮੈਨੂੰ ਵੀ ਪਤਾ ਚੱਲੇ। ਸੁਣ ਜੀ, ਸਹੀ ਤੁਸੀਂ ਕਿਹੜੀ ਕਹਿੰਦੇ ਪਏ ਹੋ? ਹਾਂ ਇਹ ਹੋਈ ਨਾ ਗੱਲ। ਹੁਣ ਮਾਈਕ ਮਿਊਟ ਕਰੋ, ਹੁਣ ਮੈਂ ਸਹੀ ਗੱਲਾਂ ਜਿਹੜੀਆਂ ਮੌਲਵੀ ਜੀ, ਮੈਂ ਜਿਹੜੀ ਤੁਸੀਂ ਪਿਕਚਰਾਂ ਲਾਈਆਂ ਨੇ
ਜੀ ਮਾਈਕ ਤੇ ਮਿਊਟ ਕਰੋ ਨਾ ਜੀ ਭਾਈ ਜੀ, ਜਿਹੜੀਆਂ ਸਹੀ ਗੱਲਾਂ ਨੇ ਹੁਣ ਤੁਹਾਨੂੰ ਤੁਸੀਂ ਸਵਾਲ ਕਰ ਲਿਆ ਏ। ਨਹੀਂ ਤੁਸੀਂ ਬੜੇ ਮੁਆਜ਼ਿਜ਼ ਬਣੇ ਹੋ ਆਪਣੇ ਵੱਲੋਂ, ਠੀਕ ਹੈ, ਤੇ ਤੁਸੀਂ ਭਾਈ ਜੀ ਮਾਈਕ ਮਿਊਟ ਕਰੋਗੇ ਤੁਸੀਂ ਜਵਾਬ ਦੇਾਂਗੇ ਤੁਹਾਨੂੰ। ਮਾਈਕ ਤੇ ਮਿਊਟ मैं ਕਰੋ। होस्ट बात कर रहा हूँ, फ्रेंड साहब मैं होस्ट बात कर रहा हूँ, माइक म्यूट करो। जो भी हवाला चाहिए होगा जी जी उस्ताद मोहतरम। ਉਹ ਜਿਹੜੀਆਂ ਸਹੀ ਗੱਲਾਂ ਕੀਤੀਆਂ ਨੇ ਅਸੀਂ ਉਹਨਾਂ ਦੇ ਤੁਹਾਨੂੰ ਅਸੀਂ ਹਵਾਲੇ ਤੇ ਦੇ ਦਈਏ ਨਾ ਕਿ ਨਾ ਦਈਏ? ਬਈ ਤੁਸੀਂ ਸਵਾਲ ਕਰ ਲਿਆ ਹੈ ਨਾ। ਅੱਛਾ ਗੱਲ ਹੋਈ सर जी ऐसे नहीं, एक एक लाइन का हवाला देना इनको, एक ਇੱਕ ਚੀਜ਼ ਦਾ। ਲੋ ਜੀ ਅਸੀਂ ਗੱਲ ਕੀਤੀ ਹੈ ਕਿ 100 ਦਫਾ ਟੱਟੀ ਮੂਤਰ ਕਰਤਾ ਥੀ, ਠੀਕ ਹੈ ਨਾ ਜੀ। ਹੁਣ ਇਹ ਵੇਖੋ ਨਾ ਜੀ, ਤੁਸੀਂ ਇਹਦਾ ਤੁਹਾਨੂੰ ਅਸੀਂ ਹਵਾਲਾ ਦੇ ਦਿੰਨੇ ਆ, ਅੱਲਾ ਖੈਰ ਕੀਤਾ। ਇਹ ਵੇਖੋ ਜੀ जाना तुसी काट दे जाओ। हाँ जी चलो पहले टट्टी मूत्र पहले निबेड़ लीजिए तो क्योंकि ਇਹਦਾ ਗੰਦ ਪੈਣਾ। हाँ जी सीरतुल महदी सफ़ा 12 हिस्सा वाले नीज हजरत वालदा साहबा ने फरमाया कि हजरत साहब को इस हाल की शिकायत यानी टट्टियों की शिकायत अक्सर हो जाया करती थी, यानी पूरी जिंदगी उन्होंने ना टट्टियों की शिकायत रही है, जिससे बाज़ औक़ात बहुत कमज़ोरी हो जाती थी और आप इसी बीमारी से फोत हुए, यानी टट्टियों की बीमारी से फोत हुए। नंबर 1 हवाला। दूजा वाला जी रूहानी खजान जिल्द 17 सफ़ा 471 के बसा औकात 100 दफा रात को या दिन को पेशाब आता है। तीजा वाला है जी रूहानी खजान जिल्द 19 सफ़ा 435 नसीमे दावत मिर्जा जी फरमाते हैं पेशाब कसरत से आना और कसरत दस्त आते रहना, यानी बड़ा ही मैनू पेशाब होंदा है ते बड़ियां ही टट्टियां होंदियां ने। चौथा वाला जे रूहानी खजान जिल्द 19 सफ़ा 434 नसीमे दावत बाज वक़्त 100 दफा एक दिन में पेशाब आया और कसरत पेशाब आता रहता है शक्कर की वजह से। अच्छा जी ਇਹ ਤੇ ਅਸੀਂ ਗੱਲ ਉਸ ਦਾ ਜਵਾਬ ਦਿੱਤਾ ਹੈ ਕਿ ਜਿਹੜਾ ਇਹ ਨਜ਼ਮ ਦੇ ਵਿੱਚ ਕਿਹਾ ਸੀ ਕਿ दिन और रात 100 दफा टट्टी मूत्र करता थी। अब मेरे भाई तुसी ना माइक ओपन करके दसो ऐसी सच गल कीती है कि झूठी कीती है? एक एक गल ना निबेड़ दे जांदे। ਪਹਿਲੀ ਗੱਲ ਤੇ ਤੁਸੀਂ ਗੱਲ ਕਿੰਦੇ ਬਾਰੇ ਕਰ ਰਹੇ ਹੋ, ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਨਾ ਜ਼ਰਾ। ਚਲੋ ਤੁਹਾਨੂੰ ਪਤਾ ਹੀ ਕੋਈ ਨਹੀਂ ਕਿਹਦੇ ਬਾਰੇ ਗੱਲ ਹੋ ਰਹੀ ਹੈ। ਤੁਸੀਂ ਜ਼ਿੰਦਾ ਇਨਸਾਨ ਨੂੰ ਤੁਸੀਂ ਮਾਰਦੇ ਪਏ ਹੋ, ਪਹਿਲੀ ਗੱਲ ਤੇ ਇਹ ਨਹੀਂ ਕਿੱਥੋਂ ਮੈਂ ਇਹ ਤੁਸੀਂ ਜ਼ਰਾ ਦੱਸਿਆ ਜੇ ਇਹ ਤੁਸੀਂ ਕਿਹਦੇ ਬਾਰੇ ਤੁਸੀਂ ਇਤਰਾਜ਼ ਲੈ ਕੇ ਆਏ ਸੋ ਕਿ ਇਹ ਗਲਤ ਗੱਲਾਂ ਉਹਦੇ ਬਾਰੇ ਤੁਸੀਂ ਕਰ ਰਹੇ ਹੋ? ਤੁਸੀਂ ਮਿਰਜ਼ਾ ਦਾ ਨਾਮ ਲਿਆ ਇੱਥੇ। ਕਿਹੜਾ ਮਿਰਜ਼ਾ? ਮਿਰਜ਼ਾ ਗਾਲਬ? ਮਿਰਜ਼ਾ ਗਾਲਬ ਤੁਸੀਂ ਕਿਹੜੇ ਮਿਰਜ਼ੇ ਨੂੰ ਇੱਥੇ ਤੁਸੀਂ ਕਿਹੜਾ ਸਮਝੇ ਹੋ? ਮਿਰਜ਼ਾ ਗਾਲਬ ਸਮਝੇ ਹੋ? ਦੱਸੋ ਨਾ, ਤੁਸੀਂ ਦੱਸੋ ਨਾ, ਮੈਂ ਤੁਹਾਨੂੰ ਦੱਸਦਾ ਫਿਰ। ਚਲੋ ਇਹ ਨਵੀਂ ਸੁਣ ਲਓ ਜੀ ਭਾਈ ਜੀ, ਉਹ ਬੰਦੇ ਨੂੰ ਪਤਾ ਹੀ ਕੱਖ ਨਹੀਂ ਕਿ ਗੱਲ ਕਿਹਦੀ ਹੋ ਰਹੀ ਹੈ, ਉਹ ਇਤਰਾਜ਼ ਲੈ ਕੇ ਆ ਗਿਆ ਜੇ। ਮੈਂ ਇਤਰਾਜ਼ ਕਰਾਂਗਾ, ਮੈਂ ਤੁਹਾਨੂੰ ਪੂਰਾ ਅਸੀਂ ਜਨਾਬ ਗੱਲ ਕਰ ਰਹੇ ਹਾਂ ਕਿ ਇਹ ਦਿਨ ਔਰ ਰਾਤ 100 ਦਫਾ ਟੱਟੀ ਮੁੱਤਰ ਕਰਨ ਵਾਲੀ ਸਰਕਾਰ ਹਜ਼ਰਤ ਟੱਟੀਆਂ ਵਾਲੀ ਸਰਕਾਰ ਮਸ਼ਹੂਰ ਨੇ, ਜਿਹੜੇ ਲੈਟਰੀਨ 'ਚ ਮਰੇ ਸਨ। ਤੁਸੀਂ ਨਹੀਂ ਜਾਣਦੇ? ਨਹੀਂ ਤੁਸੀਂ ਫਿਰ ਚਲੋ ਫਿਰ ਇੰਜ ਕਰੋ ਥੱਲੇ ਬੈ ਕੇ ਨਾ ਧਿਆਨ ਨਾਲ ਸੁਣੋ, ਤੁਹਾਨੂੰ ਥੋੜੀ ਦੇਰ ਬਾਅਦ ਸਮਝ ਆ ਜਾਏਗੀ। ਅੱਛਾ ਤੁਹਾਨੂੰ ਪਤਾ ਹੀ ਕੱਖ ਨਹੀਂ ਹੈ ਅਸੀਂ ਗੱਲ ਕਿਹਦੀ ਕਰ ਰਹੇ ਹਾਂ, ਵੀ ਧੱਕੇ ਨਾਲ ਮੂੰਹ ਚੁੱਕ ਕੇ ਆ ਗਏ ਹੋ। ਅਸੀਂ ਹਜ਼ਰਤ ਟੱਟੀਆਂ ਵਾਲੀ ਸਰਕਾਰ ਦਾ ਇੱਥੇ ਉਰਸ ਮਨਾ ਰਹੇ ਹਾਂ ਤੇ ਤੁਹਾਨੂੰ ਸਮਝ ਹੀ ਨਹੀਂ ਹੈ ਕੋਈ, ਐਵੇਂ ਧੱਕੇ ਨਾਲ ਹੀ ਦੱਸੋ ਜੀ। ਉਹ ਗੱਲ ਟੋਰੋ ਯਾਰ, ਐਵੇਂ ਮੂੰਹ ਚੁੱਕ ਕੇ ਆ ਜਾਂਦੇ ਨੇ, ਕੋਈ ਅਤਾ ਪਤਾ ਹੁੰਦਾ ਕੋ ਨਹੀਂ ਐਵੇਂ। सर जी हालत मर्दमी कल आदम शेर दे विच हैगा, ਇਹ ਵੀ ਦੱਸ ਦਿਓ ਹਵਾਲਾ ਇਹਨਾਂ ਨੂੰ। ਹਾਂਜੀ ਹਾਲਤ ਮਰਦਮੀ ਕੱਲ ਅਦਮ ਐਲੋ ਜੀ, ਐਲੋ ਜੀ ਇਹ ਹਵਾਲਾ ਜੇ ਇਹ ਪਈ ਜੇ ਮਰਦਮੀ ਮਕਤੂਬਾਤ ਅहमदिया सफ़ा 21 जिल्द 5 नंबर 2। जब मैंने नई शादी की थी तो मुद्दत तक मुझे यकीन रहा कि मैं नामर्द हूँ। हेलो ते ओ जड़ा बच्चा पैदा होया सी ਇਹਦਾ ਪਹਿਲਾ ਬਸ਼ੀਰੁद्दीन महमूद ਜਿਹੜਾ ਖਲੀਫਾ ਜ਼ਾਨੀ ਹੈ ਜਿਹਨੇ ਆਪਣੀ ਕੁੜੀ ਨਾਲ ਜ਼ਨਾ ਕੀਤਾ ਸੀ ਤੇ ਮਸ਼ਹੂਰ ਹਸਤੀ ਨੇ ਜਨਾਬ, ਐਸੇ ਵਾਸਤੇ ਉਹਨਾਂ ਨੂੰ ਖਲੀਫਾ ਜ਼ਾਨੀ ਵੀ ਕਿਹਾ ਜਾਂਦਾ ਹੈ। ਉਹਨਾਂ ਦੀ ਸ਼ਕਲ ਹਕੀਮ ਨੂਰੇ ਨਾਲ ਮਿਲਦੀ ਜੇ ਪਈ, ਕਿਉਂਕਿ ਉਹ ਨੁਸਰਤ ਜਹਾਂ ਬੇਗਮ ਉਹਨਾਂ ਦੀ ਲੋਂਡੀ ਸੀ ਤੇ ਉਹ ਨਾਲੇ ਨੁਸਰਤ ਜਹਾਂ ਬੇਗਮ ਨੂੰ ਬੇਗਮ ਕਹਿ ਕੇ ਬੁਲਾਉਂਦੇ ਹੁੰਦੇ ਸਨ।
ਤੇ ਅਸੀਂ ਕੋਈ ਗਲਤ ਗੱਲ ਕਰਨੀ ਦੱਸੋ ਭਾਈ ਫਲਾਂ ਜਗ੍ਹਾ ਤੇ ਤੁਸੀਂ ਗਲਤ ਕਰਦੇ ਹੋ, ਐਵੇਂ ਮੂੰਹ ਚੁੱਕ ਕੇ ਨਾ ਆ ਜਾਇਆ ਕਰੋ, ਪਹਿਲੇ ਇਹ ਸਾਰੀਆਂ ਕਿਤਾਬਾਂ ਫੋਲ ਕੇ ਨਾ ਵੇਖ ਲਿਆ ਕਰੋ ਕਿ ਹਜ਼ਰਤ ਜੀ ਨੇ ਫਰਮਾਇਆ ਵੀ ਹੈ ਕਿ नहीं। फिर तुम जाके कहना बड़ी तबलीग करके आए हैं जी असी जमाते अहमदिया दी। बिल्कुल ऐसे ही है जी। सिकंदर भाई हैं जी हमारे साथ कोई। जी सिकंदर साहब आप क्या कहना चाहते हैं, आप कहिएगा कुछ। मैं तो बस यही बोलूंगा कि 2 लकड़ियां 2 काने, मिर्जा मरिया टट्टी खाने, ये गल सारी दुनिया जाने। किथे आखा मैं ईसा की बोल बोली बोल अबलीसा, किथे आखा मैं मूसा के लख लानती अद्दूसा। है माही दा ऐलान सुन ले जे सारा जहान, मिर्जा कैजानी है शैतान, मिर्जा कैजानी का बेईमान। अच्छा तराने दी आवाज आई है भाई तुहानू मुंडियो? जी आई है सादे मत सुनो यार तुम ऊपर कर रहे हैं आज जो जहान में, उनके वास्ते है ये कुरान में। लानतुल्लाह अलल काज़िबीन, लानतुल्लाह अलल ज़ालिमीन। खातमुन नबी है वो कुरान हुक्म दिया, इसके बाद शक का कोई शायबा नहीं रहा। हुक्म जो है मानता वो खुदा के साथ। ये कलाम ज़ियारतुल अमीनी का है और इसको मुतरन्नम किया है हमारे आका का गुलाम नाम की आईडी उस्मान भाई ने। कर दिया बयान में उनके वास्ते है ये कुरान में। लानतुल्लाह अलल काज़िबीन, लानतुल्लाह अलल ज़ालिमीन, लानतुल्लाह अलल काज़िबीन, लानतुल्लाह अलल ज़ालिमीन। इस कदर अजीब लोग हैं खुदा को मानते, कह रहा है जो खुदा नहीं ये उसको जानते। पढ़ रहे हैं रोज ये कुरान सुबह शाम, फिर क्या लिखा कुरान में नहीं ये उसको जानते। दी पड़े जो डाल रो की जुबान में, उनके वास्ते है ये कुरान में। लानतुल्लाह अलल काज़िबीन, लानतुल्लाह अलल ज़ालिमीन, लानतुल्लाह अलल काज़िबीन, लानतुल्लाह अलल ज़ालिमीन। मुरब्बियों खलीफों के आज लब है सिल चुके, साफ लग रहा हकीकतों से ये भी मिल चुके। अपना दीन भूल गए थे इंतशार कर रहे, साथ में यहूद के ये दीन को बदल चुके। शर्मसार दीन है जभी जहान में, उनके वास्ते है ये कुरान में। लानतुल्लाह अलल काज़िबीन, लानतुल्लाह अलल ज़ालिमीन, लानतुल्लाह अलल काज़िबीन, लानतुल्लाह अलल ज़ालिमीन। हुक्म रब है खातमुन नबी है बका करो, जाहिलो खुदारा रब के हुक्म से वफा करो। इसके आगे अब कोई हदीस ना दलील है, हक को मानते हैं जो ये हक है फिर अदा करो। जो मुखालफी है रब के बयान में, उनके वास्ते है ये कुरान में। लानतुल्लाह अलल काज़िबीन, लानतुल्लाह अलल ज़ालिमीन, लानतुल्लाह अलल काज़िबीन, लानतुल्लाह अलल ज़ालिमीन। जिसके हाथ से जुबा कोई भी बचा नहीं, मुनकरे खुदा कोई भी उससे तो बड़ा नहीं। तौहीन अंबिया की जो कर रहे हैं 400, राजी ऐसे लोगों से कभी खुदा हुआ नहीं। मुशरिकों की जो कभी रहे अमान में, उनके वास्ते है ये कुरान में। लानतुल्लाह अलल
القاذبی لعنت اللہ علی الظالمین لعنت اللہ علی القاذبی لعنت اللہ علی الظالمین آئیں گے کئی نبی بولتے یہ ہر جگہ ہے یہودیت کے ساتھ میں انہی کا رابطہ ان کا دین مصطفیٰ سے بھی نہیں ہے واسطہ اصل میں قادیانی ہے انہی کا لوگ پیشوا کفر بولتے ہیں جو اپنی زبان میں ان کے واسطے ہے یہ قرآن میں لعنت اللہ علی القاذبی لعنت اللہ علی الظالمین لعنت اللہ علی القاذبی لعنت اللہ علی الظالمین کفر کر رہے ہیں آج جو جہان میں ان کے واسطے ہے یہ قرآن میں لعنت اللہ علی القاذبی لعنت اللہ علی الظالمین لعنت اللہ علی القاذبی لعنت اللہ علی الظالمین لعنت اللہ علی القاذبی لعنت اللہ علی الظالمین ہم چلنے نہیں دیں گے کوئی چال بھی شیطانی ہم شیطانی جتنی چھپائیں ان کی نہ چھپیں گی بے ایمانی کافر ہے قادیانی کافر ہے جیسے مرضی ہے جب اس نے فارم پر لکھ دیا میں مرزئی ہوں اوپر سے ہے یا اندر سے ہے وہ تو اسی وقت کافر ہو گئی مانے نہ مصطفیٰ کو نبیوں کا جو بھی خاتم مانے نہ مصطفیٰ کو نبیوں کا جو بھی خاتم جھوٹا ہے لعنتی ہے گستاخ ہے وہ شاتم جھوٹا ہے لعنتی ہے گستاخ ہے وہ شاتم دنیا میں ہے یہ سارے دنیا میں ہے یہ سارے ابلیس کی نشانی کافر ہے قادیانی کافر ہے قادیانی کافر ہے قادیانی کافر ہے قادیانی محبوب کبریا نے خود بات یہ بتا دی محبوب کبریا نے خود بات یہ بتا دی میں آخری نبی ہوں اور لا نبی آبادی 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 میں آخری نبی ہوں اور لا نبی آبادی لعنت ہے اس پر جس نے لعنت ہے اس پر جس نے یہ حدیث ہے نہ مانی کافر ہے قادیانی کافر ہے قادیانی کافر ہے قادیانی کافر ہے قادیانی مرزا غلام احمد جس جگہ پہ مرا ہے دنیا یہ جانتی ہے ہر شخص کو پتا ہے دنیا یہ جانتی ہے ہر شخص کو پتا ہے ایسوں کو موت ایسی ایسوں کو موت ایسی ذلت بری ہے آنی کافر ہے قادیانی کافر ہے قادیانی کافر ہے قادیانی کافر ہے قادیانی نام سے مصطفیٰ پر یہ جان بھی ہے قربان یہ جان بھی ہے قربان یہ جان بھی ہے قربان وہ آخری نبی ہے عاجز ہے اپنا ایمان وہ آخری نبی ہے عاجز ہے اپنا ایمان کہتے ہیں ہم یہ دل سے کہتے ہیں ہم یہ دل سے کہتے نہیں زبانی کافر ہے قادیانی کوئی مرزائیوں کو احمدی کہے احمدی ہم ہیں ان کا نام وہ کیسے چلا سکتے ہیں آپ وہ مرزائی ہیں وہ دجال ہیں وہ کافر ہیں ہم چلنے نہیں دیں گے کوئی چال بھی شیطانی ہم چلنے نہیں دیں گے
कोई चाल भी शैतानी, जितनी छुपाए इनकी, जितनी छुपाए इनकी, न छुपेगी बेईमानी। काफिर है कादियानी, काफिर है कादियानी, काफिर है कादियानी, काफिर है कादियानी। काफिर हैं कादियानी, काफिर हैं कादियानी। मजा आ गया मुफ्ती। अच्छा मुफ्ती साहब यार मैं वाह जी वाह मुफ्ती, बेशक कोई शक नहीं। जी जनाब। मुफ्ती साहब जी मैं थोड़ी सी बात कर लूँ? फरमाएं जी। मकसद ये जो है ना, शिया कहते हैं कि वहाबी काफिर, वहाबी कहते हैं कि देवबंदी काफिर। मकसद सब एक ਸਾਨੂੰ दूसरे को ਗੱਲ काफिर ਸੁਣਾਓ, समझ ਸਾਨੂੰ रहे थे। ਗੱਲ गलत- ਕਾਦੀਆਨੀਆਂ ਦੀ ਸੁਣਾਓ, ਗੱਲ ਕੋਈ ਹੈ ਜੇ ਕੋਈ ਕੋਲ ਤੇ ਉਹ ਸੁਣਾਓ ਸਾਨੂੰ। ਹੈ ਜੇ ਕੋਈ ਕਾਦੀਆਨੀਆਂ ਦੀ ਕੋਈ ਗੱਲ? कादियानी की? ਹਾਂਜੀ नहीं नहीं ਨਹੀਂ ਹੈ ਤੇ ਫਿਰ ਜਾਓ ਇੱਥੇ ਸੁन्नी ਸ਼ੀਆ ਭਾਬੀਆਂ ਦੇ ਬਾਰੇ ਤੇ ਨਹੀਂ ਕੋਈ ਬਰਾੜ ਚੱਲ ਰਹੀ ਸਾਡੀ। ठीक है कोई मसला नहीं। अच्छा है भाई कोई कादियानी ते मरदे ही आओ भाई, आओ यार। हैदर 22 वगैरह ये हैं जी, बैठे हुए हैं जी। जनाब आप क्या कहना चाहते हैं, आप कहिएगा कुछ। भाई कोई नहीं, अल्हम्दुलिल्लाह प्योर सुननी है जी मैंने यही कहा है कि आप क्या कहना चाहते हैं, आप क्या कहना चाहते हैं, आप अपनी बात रखिए। मैं ये कहा है, मैं मुफ्ती साहब का शागिर्द हूँ, बस इनकी आवाज़ सुन के मैं बैठ गया हूँ नीचे। बड़े काम की बातें कर रहे हैं, नॉलेज में इजाफा होता है इसलिए। जी जज़ाकल्लाह। आप ना नीचे बैठ के मेरे भाई सुनिए, ठीक है, ताकि किसी नए बंदे को जी। अच्छा ज़ियार सुन जी, ਉਹ ਪਿੰਡ ਵਿੱਚ ਫਿਰ ਅਸੀਂ ਹੀ ਦੋਵੇਂ ਰਹਿ ਗਏ ਆ, ਕੀ ਕਰੀਏ ਫਿਰ ਹੁਣ? मैं सुनाना ਵਿਹੜਾ ਤੇ ਖਾਲੀ ਹੋ ਗਿਆ। मैं सुनाना जी, मेरा पढ़ देगा मैं। अच्छा जी, उस्ताद मोहतरम ज़िया भाई ਦਾ ਛੋਟਾ ਜਿਹਾ ਕਲਾਮ ਹੈ ਉਹ ਪੜ੍ਹ ਦਿੰਦੇ ਆ। ਤੇ ਇਹ ਜਦੋਂ ਮਿਰਜ਼ਾ ਕਾਦੀਆਨੀ ਟੱਟੀਆਂ 'ਚ ਮਰਿਆ ਜੇ, ਉਸ ਤੋਂ ਬਾਅਦ ਨੱਛੋ ਬੇਗਮ ਨੇ ਉਹਦੀ ਯਾਦ 'ਚ ਲਿਖਿਆ ਜੇ। ਨੱਛੋ ਬੇਗਮ ਨੇ ਉਹਨਾਂ ਦੀ ਯਾਦ 'ਚ ਲਿਖਿਆ ਤੇ ज़िया ਭਾਈ ਨੇ ਉਹਨਾਂ ਨੂੰ ਸ਼ਾਇਰੀ ਦੇ ਵਿੱਚ ਤਰਤੀਬ ਦਿੱਤਾ ਹੈ। ਤੇ ਮੈਂ ਜ਼ਰਾ ਪੜ੍ਹ ਲੈਂਦਾ। ਸੁੰਗ ਮਿਰਜ਼ੇ ਦੀ ਗੰਦੀ ਗੰਦੀ ਬੂ, ਸੁੰਗ ਮਿਰਜ਼ੇ ਦੀ ਗੰਦੀ ਗੰਦੀ ਬੂ, ਚੂੜਾ ਮੈਨੂੰ ਯਾਦ ਆਉਂਦਾ, ਗੰਦਾ ਜਿਸਮ ਤੇ ਗੰਦੀ ਇਹਦੀ ਰੂਹ, ਉਹ ਚੂੜਾ ਮੈਨੂੰ ਯਾਦ ਆਉਂਦਾ, ਸੁੰਗ ਮਿਰਜ਼ੇ ਦੀ ਗੰਦੀ ਗੰਦੀ ਬੂ, ਚੂੜਾ ਮੈਨੂੰ ਯਾਦ ਆਉਂਦਾ। ਬਾਹਰੋਂ ਘਰ ਵਿੱਚ ਜਦੋਂ ਇਹ ਆਉਂਦਾ ਸੀ, ਨੱਕ ਹਰ ਕੋਈ ਬੰਦ ਕਰ ਲੈਂਦਾ ਸੀ, ਤਾਫੂਨ ਦਾ ਫੈਲੇ ਜਾਵੇ ਚਾਰ ਸੂ, ਉਹ ਚੂੜਾ ਮੈਨੂੰ ਯਾਦ ਆਉਂਦਾ, ਸੁੰਗ ਮਿਰਜ਼ੇ ਦੀ ਗੰਦੀ ਗੰਦੀ ਬੂ, ਚੂੜਾ ਮੈਨੂੰ ਯਾਦ ਆਉਂਦਾ। ਤਾਨੇ ਮਾਰਦੇ ਨੇ ਆਪਣੇ ਸ਼ਰੀਕ ਵੇ, ਮੰਗੀਏ ਨੇ ਬੰਦੇ ਕੋਲੋਂ ਭੀਖ ਵੇ, ਲੋਕੀ ਮੰਗਦੇ ਨੇ ਨਾਲੇ ਕਰਨ ਥੂ, ਉਹ ਚੂੜਾ ਮੈਨੂੰ ਯਾਦ ਆਉਂਦਾ, ਸੁੰਗ ਮਿਰਜ਼ੇ ਦੀ ਗੰਦੀ ਗੰਦੀ ਬੂ, ਚੂੜਾ ਮੈਨੂੰ ਯਾਦ ਆਉਂਦਾ। ਆਏ ਬੜੇ ਬੜੇ ਕਜ਼ਾਬ ਤੇ ਦਜਾਲੇ, ਆਇਆ ਕਿਸੇ ਤੇ ਵੀ
ਇਹਨਾਂ ਵੀ ਬਬਾਲੇ ਵਬਾਲੇ, ਜਿਵੇਂ ਨੰਗਾ ਹੋਇਆ ਮਰਜ਼ਈਆਂ ਦਾ ਯਸੂ, ਉਹ ਚੂੜਾ ਮੈਨੂੰ ਯਾਦ ਆਉਂਦਾ, ਸੁੰਘ ਮਿਰਜ਼ੇ ਦੀ ਗੰਦੀ ਗੰਦੀ ਬੂ, ਚੂੜਾ ਮੈਨੂੰ ਯਾਦ ਆਉਂਦਾ। ਫੋਟੋ ਦੀ ਉੱਤੇ ਜਿੰਨੀ ਫੋਟੋ ਛਾਪੇ ਛਾਪੇ, ਰੰਗ ਦੁਨੀਆ ਦੇ ਫੋਟੋ ਦੀ ਉੱਤੇ ਜਿੰਨੀ ਫੋਟੋ ਛਾਪ ਕਰ ਲੋ, ਰੰਗ ਦੁਨੀਆ ਦੇ ਸੱਤੇ ਭਾਵੇਂ ਬਰ ਲੋ, ਅੱਖ ਖੁੱਲੇ ਨਾ ਹੀ ਖੁੱਲਣ ਅਬਰੂ, ਚੂੜਾ ਮੈਨੂੰ ਯਾਦ ਆਉਂਦਾ, ਸੁੰਘ ਮਿਰਜ਼ੇ ਦੀ ਗੰਦੀ ਗੰਦੀ ਬੂ, ਚੂੜਾ ਮੈਨੂੰ ਯਾਦ ਆਉਂਦਾ। ਸ਼ਕਲ ਦੀ ਕਦੀ ਬੰਦਿਆਂ ਜੀ ਹੋਣੀ ਨਹੀਂ, ਤਾਸੀਰ ਉਸ ਵਿੱਚ ਮੁਰਗੇ ਦੀ ਆਉਣੀ ਨਹੀਂ, ਬੁੱਸੀ ਦਾਲ ਵਿੱਚ ਪਾਲੋ ਜਿੰਨਾ ਦੇਸੀ ਕਿਉਂ, ਉਹ ਚੂੜਾ ਮੈਨੂੰ ਯਾਦ ਆਉਂਦਾ, ਸੁੰਘ ਮਿਰਜ਼ੇ ਦੀ ਗੰਦੀ ਗੰਦੀ ਬੂ, ਨੀ ਚੂੜਾ ਮੈਨੂੰ ਯਾਦ ਆਉਂਦਾ। ਗੰਦਾ ਜਿਸਮ ਤੇ ਗੰਦੀ ਇਹਦੀ ਰੂਹ, ਉਹ ਚੂੜਾ ਮੈਨੂੰ ਯਾਦ ਆਉਂਦਾ, ਸੁੰਘ ਮਿਰਜ਼ੇ ਦੀ ਗੰਦੀ ਗੰਦੀ ਬੂ। ਵੈਲ ਡਨ ਸੁਪਰ ਜ਼ਬਰਦਸਤ ਮਾਸ਼ਾਅੱਲਾ। ਅੱਛਾ ਯਾਰ ਤੁਸੀਂ ਨਾ ਸਾਹਿਬਾਨ ਬਵੋ ਜ਼ਰਾ, ਤੇ ਮੈਂ ਦੱਸਿਆ ਨਾ ਮੇਰੀ ਤਬੀਅਤ ਥੋੜੀ ਜਿਹੀ ਨਸਾਜ਼ ਹੈ ਤੇ ਮੈਨੂੰ ਜ਼ਰਾ ਫਿਰ इजाज़त दे दियो। हाँ जी आप हजरात बैठो, ठीक है जी उस्ताद जी उस्ताद जी। अस्सलाम वालेकुम। वालेकुम।